ਬੱਚਿਓ, ਅੱਜ ਅਸੀਂ ਪੜ੍ਹਾਂਗੇ ਜਮਾਤ 10ਵੀਂ ਦਾ ਪਾਠ ਪਹਿਲਾ ਰਸਾਇਣਕ ਕਿਰਿਆਵਾਂ ਅਤੇ ਸਮੀਕਰਨਾਂ ਭਾਗ 1। ਇਸ ਦੇ ਪ੍ਰਸਤੁਤਕਰਤਾ ਹਨ ਸ਼੍ਰੀ ਰਾਜੇਸ਼ ਜੈਨ, ਪ੍ਰਿੰਸੀਪਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਆਲਾ ਕਲਾਂ, ਮਾਨਸਾ। ਹੈਡਮਾਸਟਰ ਸ਼੍ਰੀ ਉਮੇਸ਼ ਕੁਮਾਰ, ਸਰਕਾਰੀ ਹਾਈ ਸਮਾਰਟ ਸਕੂਲ ਚੰਗਾ ਰਾਏ ਉੱਤਰ ਫਿਰੋਜ਼ਪੁਰ ਅਤੇ ਸ਼੍ਰੀ ਗੁਰਮੀਤ ਸਿੰਘ ਜੀ, ਸਾਇੰਸ ਮਾਸਟਰ, ਸਰਕਾਰੀ ਹਾਈ ਸਕੂਲ ਝੰਡੂਵਾਲਾ ਫਿਰੋਜ਼ਪੁਰ। ਇਸ ਪਾਠ ਵਿੱਚ ਅਸੀਂ ਕੀ ਸਿੱਖਾਂਗੇ? ਸਾਇੰਸ ਲੈਬ ਦੇ ਸਮਾਨ ਨਾਲ ਜਾਣ ਪਹਿਚਾਣ, ਮੈਗਨੀਸ਼ੀਅਮ ਰਿਬਨ ਨੂੰ ਜਲਾਉਣ ਦੀ ਕਿਰਿਆ ਅਤੇ ਅਵਖੇਪਣ ਕਿਰਿਆ। ਵਿਦਿਆਰਥੀਓ, ਤੁਸੀਂ ਦੇਖਿਆ ਹੋਵੇਗਾ ਕਿ ਤੁਹਾਡੇ ਆਲੇ ਦੁਆਲੇ, ਤੁਹਾਡੇ ਸਰਾਊਂਡਿੰਗ 'ਚ ਬਹੁਤ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਹਨ। ਕੁਝ ਘਟਨਾਵਾਂ ਐਸੀਆਂ ਹੁੰਦੀਆਂ ਹਨ, ਜੇ ਉਹ ਕੁਝ ਅਪਘਟਿਤ ਹੋ ਜਾਵੇ ਤਾਂ ਤੁਸੀਂ ਉਸ ਨੂੰ ਰਿਵਰਸ ਕਰ ਸਕਦੇ ਹੋ, ਉਸ ਨੂੰ ਮੋੜ ਕੇ ਉਸੇ ਸਥਿਤੀ ਵਿੱਚ ਲਿਆ ਸਕਦੇ ਹੋ। ਪਰ ਕੁਝ ਘਟਨਾਵਾਂ ਐਸੀਆਂ ਹੁੰਦੀਆਂ ਹਨ ਜਿਹੜੀਆਂ ਕਿ ਤੁਸੀਂ ਉਸ ਨੂੰ ਰਿਵਰਸ ਸਿਚੁਏਸ਼ਨ ਵਿੱਚ ਨਹੀਂ ਲੈ ਕੇ ਆ ਸਕਦੇ। ਜਿਵੇਂ ਕਿ ਜੇ ਮੰਨ ਲਓ ਇੱਕ ਇੱਟ ਟੁੱਟ ਜਾਏ ਤਾਂ ਕੀ ਕਰ ਸਕਦੇ ਹੋ? ਤੁਸੀਂ ਉਸ ਨੂੰ ਦੁਬਾਰਾ ਜੋੜ ਸਕਦੇ ਹੋ ਕਿਸੇ ਚੀਜ਼ ਨਾਲ। ਪਰ ਜੇਕਰ ਲੋਹੇ ਨੂੰ ਜੰਗਾਲ ਲੱਗ ਜਾਏ ਤਾਂ ਕੀ ਉਸ ਜੰਗਾਲ ਤੋਂ ਤੁਸੀਂ ਲੋਹਾ ਬਣਾ ਸਕਦੇ ਹੋ? ਤੁਸੀਂ ਇਦਾਂ ਜ਼ਰੂਰ ਸੋਚਦੇ ਹੋਵੋਗੇ। ਔਰ ਦੇਖੋ, ਜੇ ਨਹੀਂ ਸੋਚਿਆ ਹਜੇ ਤੱਕ, ਸੋਚੋ ਇਸ ਗੱਲ ਤੇ ਕਿ ਜਿਹੜੀਆਂ ਘਟਨਾਵਾਂ ਦੋ ਤਰ੍ਹਾਂ ਦੀਆਂ ਤੁਹਾਡੇ ਆਲੇ ਦੁਆਲੇ ਵਾਪਰ ਰਹੀਆਂ ਹਨ, ਇੱਕ 'ਚ ਤੁਸੀਂ ਰਿਵਰਸ ਕਰ ਸਕਦੇ ਹੋ ਔਰ ਇੱਕ 'ਚ ਰਿਵਰਸ ਨਹੀਂ ਕਰ ਸਕਦੇ, ਉਹਨੂੰ ਵਾਪਸ ਪਰਤਾ ਨਹੀਂ ਸਕਦੇ। ਇਸ ਤਰ੍ਹਾਂ ਦੀਆਂ ਘਟਨਾਵਾਂ, ਜਿਵੇਂ ਕਿ ਫੋਰ ਐਗਜ਼ਾਮਪਲ ਤੁਸੀਂ ਕੋਈ ਮਾਚਿਸ ਦੀ ਤਿੱਲੀ, ਮਾਚਿਸ ਹੈ ਮੇਰੇ ਕੋਲ, ਇਸ ਨੂੰ ਜਲਾਉਂਦੇ ਹੋ, ਇਸ ਨੂੰ ਜਲਾਇਆ ਮੈਂ, ਮਾਚਿਸ ਦੀ ਤਿੱਲੀ ਜਲ ਰਹੀ ਹੈ ਜੀ, ਬਿਲਕੁਲ ਨਜ਼ਰ ਆ ਰਹੀ ਹੈ ਨਾ ਤੁਹਾਨੂੰ, ਮਾਚਿਸ ਦੀ ਤਿੱਲੀ ਜਲ ਰਹੀ ਹੈ। ਜਲਣ ਤੋਂ ਬਾਅਦ ਲੱਕੜੀ ਕਿਸ 'ਚ ਕਨਵਰਟ ਹੋ ਰਹੀ ਹੈ? ਲੱਕੜੀ ਕੀ ਬਣ ਰਹੀ ਹੈ? ਰਾਖ 'ਚ ਕਨਵਰਟ ਹੁੰਦੀ ਜਾ ਰਹੀ ਹੈ। ਹੁਣ ਤੁਹਾਡੇ ਦਿਮਾਗ 'ਚ, ਜ਼ਿਹਨ 'ਚ ਸਵਾਲ ਆਉਣਾ ਚਾਹੀਦਾ ਹੈ ਕਿ ਇਸ ਰਾਖ ਤੋਂ ਤੁਸੀਂ ਲੱਕੜੀ ਦੁਆਰਾ ਬਣਾ ਸਕਦੇ ਹੋ? ਹਾਂਜੀ, ਬਣਾ ਸਕਦੇ ਹੋ। ਸੋਚੋ ਜਰਾ, ਇੱਥੇ ਸੋਚ ਕੇ ਜਵਾਬ ਦਿਓ ਮੈਨੂੰ। ਜਾਂ ਇਸ ਦਾ ਜਵਾਬ ਆਪਣੇ ਅਧਿਆਪਕ ਤੋਂ ਜ਼ਰੂਰ ਪੁੱਛੋ ਕਿ ਸਰ ਜਾਂ ਮੈਡਮ, ਕਿ ਅਸੀਂ ਇਹ ਜਿਹਾ ਕਿਉਂ ਨਹੀਂ ਕਰ ਸਕਦੇ? ਦੁਬਾਰਾ ਰਾਖ ਤੋਂ ਲੱਕੜੀ ਕਿਉਂ ਨਹੀਂ ਬਣਾ ਸਕਦੇ? ਤਾਂ ਉਹ ਤੁਹਾਨੂੰ ਜ਼ਰੂਰ ਜਵਾਬ ਦੇਣਗੇ ਇਸ ਗੱਲ ਦਾ। ਸਾਇੰਸ ਇਹ ਜਿਹਾ ਵਿਸ਼ਾ ਹੈ ਕਿ ਜਿਹੜਾ ਸਿਰਫ ਸੋਚਣ ਨਾਲ, ਦੇਖਣ ਨਾਲ ਔਰ ਉਸ ਨੂੰ ਬਾਰ-ਬਾਰ ਕਰਨ ਨਾਲ ਜ਼ਿਆਦਾ ਆ ਜਾਂਦਾ ਹੈ। ਇਸ ਨੂੰ ਰੱਟਾ ਲਾਉਣ ਨਾਲ ਜਾਂ ਕ੍ਰੈਮ ਕਰਨ ਨਾਲ ਬਹੁਤ ਜ਼ਿਆਦਾ ਸਿੱਖਿਆ ਨਹੀਂ ਜਾ ਸਕਦਾ। ਤੁਸੀਂ ਇਹ ਸੋਚੋ, ਜਿੱਦਾਂ ਤੁਸੀਂ ਇਹ ਦੇਖਿਆ ਕਿ ਮਾਚਿਸ ਤੋਂ ਲੱਕੜੀ ਨਹੀਂ ਬਣਾ ਸਕਦੇ, ਇੱਦਾਂ ਦੀਆਂ ਬਹੁਤ ਹੀ ਕਿਰਿਆਵਾਂ ਸਾਡੇ ਆਲੇ ਦੁਆਲੇ ਅਪਘਟਿਤ ਹੋ ਰਹੀਆਂ ਜਿਹੜੀਆਂ ਕਿ ਪਰਤਾਈਆਂ ਨਹੀਂ ਜਾ ਸਕਦੀਆਂ। ਉਮੇਸ਼ ਜੀ, ਤੁਸੀਂ ਅੱਜ ਇੱਥੇ ਆਪਣਾ ਐਕਟੀਵਿਟੀਜ਼ ਦਾ ਸਾਰਾ ਸਮਾਨ ਲੈ ਕੇ ਮੌਜੂਦ ਹੋਏ ਹੋ ਔਰ ਆਪਣੇ ਕੋਲ ਦੋ ਕੰਪੋਨੈਂਟਸ ਹੈ ਸਾਇੰਸ ਦੇ, ਬੇਸਿਕ ਕੰਪੋਨੈਂਟ। ਇੱਕ ਹੈਗਾ ਵੋਕੈਬਲਰੀ ਜੀ, ਸੈਕੰਡ ਕੰਪੋਨੈਂਟ ਹੈਗਾ ਗੁਰਮੀਤ ਜੀ ਆਬਜ਼ਰਵੇਸ਼ਨ, ਔਰ ਥਰਡ ਕੰਪੋਨੈਂਟ ਮੈਂ ਐਡ ਕਰ ਰਿਹਾ ਐਨਾਲਿਸਿਸ। ਇਹਨਾਂ ਤਿੰਨਾਂ ਦੇ ਆਲੇ ਦੁਆਲੇ ਹੀ ਇਸ ਪੂਰੀ ਸਾਇੰਸ ਘੁੰਮਦੀ ਹੈ। ਹੁਣ ਉਮੇਸ਼ ਜੀ, ਤੁਸੀਂ ਬਰੀਫਲੀ ਦੱਸੋ ਵੋਕੈਬਲਰੀ ਕੀ ਚੀਜ਼ ਹੈ? ਵੋਕੈਬਲਰੀ ਦਾ ਭਾਵ ਕੀ ਹੈ? ਵੋਕੈਬਲਰੀ ਤੋਂ ਭਾਵ ਹੈ ਕਿ ਜਿਹੜੇ ਵੀ ਅਸੀਂ ਉਪਕਰਨ ਪ੍ਰਯੋਗਸ਼ਾਲਾ ਵਿੱਚ ਵਰਤਦੇ ਹਾਂ ਤਾਂ ਉਹਨਾਂ ਦੇ ਬਾਰੇ ਸਾਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਅਤੇ ਕਿਉਂ ਕਿਹਾ ਜਾਂਦਾ ਹੈ। ਜਿਵੇਂ ਕਿ ਮੈਂ ਹੱਥ ਵਿੱਚ ਪਕੜੀ ਇੱਕ ਕੱਚ ਦੀ ਪਰਖ ਨਲੀ, ਇਹਨੂੰ ਕਹਿੰਦੇ ਆ, ਤਾਂ ਬੱਚਿਆਂ ਨੂੰ ਦੱਸਣਾ ਜ਼ਰੂਰੀ ਹੈ ਕਿ ਇਹਨੂੰ ਪਰਖ ਨਲੀ ਕਿਉਂ ਕਿਹਾ ਜਾਂਦਾ ਹੈ। ਕਿਉਂਕਿ ਅਸੀਂ ਇਹਦੇ ਵਿੱਚ ਕਈ ਤਰ੍ਹਾਂ ਦੇ ਪਰਖ ਕਰਦੇ ਹਾਂ, ਟੈਸਟ ਕਰਦੇ ਹਾਂ। ਬਿਲਕੁਲ, ਟੈਸਟ ਕਰਦੇ ਹਾਂ। ਇੰਗਲਿਸ਼ 'ਚ ਇਸ ਨੂੰ ਟੈਸਟ ਟਿਊਬ ਕਹਿੰਦੇ ਆ ਉਮੇਸ਼ ਜੀ। ਜੀ, ਟੈਸਟ ਟਿਊਬ ਇੰਗਲਿਸ਼ 'ਚ, ਹਾਂਜੀ, ਵੀ ਜਿਸ 'ਚ ਟੈਸਟ ਕਰੇ ਜਾਂਦੇ ਆ, ਉਸੇ ਤੋਂ ਨਾਮ ਇਸ ਦਾ ਬਣਿਆ ਹੈ। ਜੀ ਜੀ, ਓਕੇ। ਟੈਸਟ ਮਤਲਬ ਪਰਖ ਤੇ ਟਿਊਬ ਦਾ ਮਤਲਬ ਨਲੀ। ਇਹਦਾ ਨਾਮ ਟੈਸਟ ਟਿਊਬ ਔਰ ਪੰਜਾਬੀ ਵਿੱਚ ਇਹਨੂੰ ਕਿਹਾ ਜਾਂਦਾ ਹੈ ਪਰਖ ਨਲੀ। ਇਸੇ ਤਰ੍ਹਾਂ ਹੀ ਅਸੀਂ ਦੱਸਣਾ ਚਾਹਾਂਗੇ ਕਿ ਆ ਸਾਡੇ ਕੋਲ ਦੋ ਤਰ੍ਹਾਂ ਦੇ ਕੱਚ ਦੇ ਬਰਤਨ ਨੇ। ਇਹਨਾਂ ਵਿੱਚ ਬੱਚਾ, ਤੁਸੀਂ ਇਹ ਦੱਸੋਗੇ ਕਿ ਇਹਨਾਂ ਵਿੱਚ ਕੀ ਫਰਕ ਹੈ? ਇਹ ਵੀ ਕੱਚ ਦਾ ਹੈ। ਮੈਨੂੰ ਉਮੇਸ਼ ਜੀ ਇੱਕ ਫਰਕ ਲੱਗ ਰਿਹਾ ਇਸ 'ਚ
ਕਿ ਆ ਬਿਲਕੁਲ ਗੋਲ ਹੈ, ਬਿਲਕੁਲ ਗੋਲ ਔਰ ਇਦਾਂ ਸਿਲੰਡਰੀਕਲ ਹੈ। ਜੀ ਬਿਲਕੁਲ ਠੀਕ ਹੈ, ਔਰ ਇਹ ਵੀ ਹੈ ਤਾਂ ਸਿਲੰਡਰੀਕਲ ਹੈ, ਗੋਲ ਵੀ ਹੈ, ਪਰ ਇੱਕ ਇਹਦੇ ਨਾ ਇੱਕ ਜਿੱਦਾਂ ਪੰਛੀਆਂ ਦੀ ਚੁੰਝ ਹੈ, ਬਿਲਕੁਲ ਠੀਕ ਚੁੰਝ ਨੂੰਮਾ ਇੱਕ ਉਭਾਰ ਹੈ ਇਸ ਤੇ। ਬਿਲਕੁਲ ਠੀਕ ਸਰ। ਇਹ ਜਿਹੜਾ ਸਾਡੇ ਕੋਲ ਗੋਲ, ਸਰ ਨੇ ਕਿਹਾ ਵੀ ਗੋਲ ਸਿਲੰਡਰੀਕਲ ਹੈ, ਅਸੀਂ ਇਹਨੂੰ ਜਾਰ ਕਹਿੰਦੇ ਆ, ਗਲਾਸ ਜਾਰ, ਕਿਉਂਕਿ ਇੱਕ ਸਿੰਪਲ ਗਲਾਸ ਦੀ ਤਰ੍ਹਾਂ ਹੈ। ਪਰ ਹੈ ਇਹ ਵੀ ਸਿਲੰਡਰੀਕਲ, ਪਰ ਜਿਵੇਂ ਸਰ ਨੇ ਦੇਖਿਆ ਕਿ ਇਹਦੇ ਚ ਇੱਕ ਫਰਕ ਹੈ ਕਿ ਅੱਗੇ ਇੱਕ ਚੁੰਝ ਬਣੀ ਹੋਈ ਹੈ। ਇਹ ਚੁੰਝ ਬੱਚਿਓ ਆਪਾਂ ਕਿਹਨਾਂ 'ਚ ਦੇਖਦੇ ਆ? ਚੁੰਝ ਪੰਛੀਆਂ ਦੇ ਵਿੱਚ। ਪੰਛੀਆਂ ਦੇ ਅੱਗੇ ਇੱਕ ਚੁੰਝ ਹੁੰਦੀ ਹੈ ਜਿਸ ਨੂੰ ਇੰਗਲਿਸ਼ 'ਚ ਬੀਕ ਕਹਿੰਦੇ ਆ। ਬਿਲਕੁਲ, ਇਸੇ ਬੀਕ ਸ਼ਬਦ ਕਰਕੇ ਇਹਦਾ ਨਾਮ ਬੀਕਰ ਬਣਿਆ। ਇਹਨੂੰ ਅਸੀਂ ਪ੍ਰਯੋਗਸ਼ਾਲਾ ਵਿੱਚ ਬੀਕਰ ਦੇ ਨਾਮ ਤੇ ਜਾਣਦੇ ਹਾਂ। ਔਰ ਇਹ ਬੀਕਰ ਸਾਡੇ ਕੋਲ ਅਲੱਗ-ਅਲੱਗ ਆਕਾਰ ਦੇ ਅਵੇਲੇਬਲ ਹੁੰਦੇ ਹਨ। ਜਿਵੇਂ ਕਿ ਸਭ ਤੋਂ ਛੋਟਾ ਬੀਕਰ ਸਾਡੇ ਕੋਲ ਹੈ 50 ਮਿਲੀਲੀਟਰ ਦਾ, ਇਸ ਤਰ੍ਹਾਂ ਹੀ ਦੂਸਰਾ ਹੈ 250 ਮਿਲੀਲੀਟਰ ਦਾ। ਨਹੀਂ ਉਮੇਸ਼ ਜੀ, ਇੱਕ ਮੈਨੂੰ ਸਮਝ ਨਹੀਂ ਆਈ ਗੱਲ, ਤੁਸੀਂ 250 ਕਹਿ ਰਹੇ ਹੋ, ਇੱਥੇ ਤਾਂ ਨਿਸ਼ਾਨ 200 ਤੱਕ ਹੈ। ਸਰ 200 ਤੇ ਇੱਥੋਂ ਤੱਕ ਹੈ, ਪਰ ਉੱਪਰ ਤੱਕ ਕਹਿੰਦਾ ਜਿਹੜਾ ਨਿਸ਼ਾਨ ਹੈ, ਬੀਕ ਤੱਕ ਜਿਹੜਾ ਨਿਸ਼ਾਨ ਹੈ ਉਹ 250 ml ਤੱਕ ਦਾ। ਹਾਂ ਬੱਚਿਓ, ਏਦਾਂ ਤੁਸੀਂ ਜ਼ਰੂਰ ਸੋਚੋ, ਆਪਣੇ ਟੀਚਰ ਨੂੰ ਸਵਾਲ ਕਰੋ ਕਿ ਆ ਜੀ 200 ml ਤੱਕ ਦਾ ਨਿਸ਼ਾਨ ਲੱਗਿਆ ਹੋਇਆ ਹੈ, ਇਹਨਾਂ ਨੇ ਬੋਲਿਆ 250। ਤੁਹਾਡੇ ਜ਼ਿਹਨ 'ਚ ਸਵਾਲ ਆਉਣਾ ਚਾਹੀਦਾ ਵੀ ਮੈਨੂੰ ਤਾਂ ਨਿਸ਼ਾਨ 200 ਨਜ਼ਰ ਆ ਰਿਹਾ, 250 ਕਿਉਂ ਬੋਲਿਆ? 200 ਤੱਕ ਤਾਂ ਇਹ ਇੱਥੋਂ ਤੱਕ ਹੈ, ਪਰ ਇਸ ਤੇ ਅੱਗੇ ਹੋਰ ਵੀ ਜਗ੍ਹਾ ਹੈ, ਇਸ 'ਚ ਹੋਰ ਵੀ ਅੱਗੇ ਸਰਫੇਸ ਹੈ ਇਸ ਦਾ, ਹੋਰ ਵੀ ਇਸ ਦੀ ਵੋਲਿਊਮ ਆ ਸਕਦਾ ਹੈ। ਉਹ ਕਿੰਨਾ ਹੈ? 50 ml, ਯਾਨੀ ਕਿ ਟੋਟਲ ਵੋਲਿਊਮ, ਟੋਟਲ ਇਸ 'ਚ ਜਿਹੜਾ ਪਾਣੀ ਆ ਸਕਦਾ ਹੈ ਉਹਦਾ ਵੋਲਿਊਮ ਕਿੰਨਾ ਹੈ? 250 ml। ਠੀਕ ਹੈ ਨਾ ਜੀ। ਇਸ ਦੇ ਵਿੱਚ ਕਿੰਨਾ ਆ ਸਕਦਾ ਹੈ? 50 ml, ਪਰ ਇੱਥੇ ਕੀ ਦਿੱਤਾ ਹੋਇਆ? 40 ml ਦਾ ਨਿਸ਼ਾਨ। ਇਸੇ ਤਰ੍ਹਾਂ ਇਸ 'ਚ ਕੀ ਦਿੱਤਾ ਹੋਇਆ? 80 ml ਤੱਕ ਦਾ ਦਿੱਤਾ ਹੋਇਆ, ਪਰ ਆ ਕਿੰਨਾ ਸਕਦਾ ਹੈ? 100 ml। ਪੂਰਾ ਉੱਪਰ ਤੱਕ ਜੇ ਭਰ ਦਈਏ ਤਾਂ 100 ml ਤੱਕ ਦਾ ਪਾਣੀ ਇਹਦੇ ਵਿੱਚ ਆ ਸਕਦਾ ਹੈ। ਹੁਣ ਉਮੇਸ਼ ਜੀ, ਕੋਈ ਇਹੋ ਜਿਹੇ ਬੀਕਰ ਵੀ ਹੁੰਦੇ ਜਿਨ੍ਹਾਂ 'ਚ ਨਿਸ਼ਾਨ ਹੀ ਨਾ ਹੋਣ? ਇਹੋ ਜਿਹੇ ਬੀਕਰ ਸਰ, ਉਹਨਾਂ ਨੂੰ ਅਸੀਂ ਇਦਾਂ ਦੇ ਕੋਈ ਮੇਜ਼ਰਿੰਗ ਨਿਸ਼ਾਨ ਨਹੀਂ ਹੈ। ਆ ਬੀਕਰ ਬੱਚਿਓ ਤੁਸੀਂ ਦੇਖ ਰਹੇ ਹੋ, ਇਸ 'ਚ ਕੋਈ ਇਦਾਂ ਦੇ ਫਰਕ ਦੇਖ ਰਹੇ ਹੋ ਦੋਨਾਂ 'ਚ? ਬਿਲਕੁਲ ਜੀ, ਇਹਦੇ ਵਿੱਚ ਹੈਗੇ ਨਿਸ਼ਾਨ, ਇਹਦੇ ਵਿੱਚ ਕੋਈ ਨਿਸ਼ਾਨ ਨਹੀਂ ਲੱਗਿਆ। ਤਾਂ ਇਹ ਬਿਨਾਂ ਨਿਸ਼ਾਨ ਤੋਂ ਹੈ, ਪਰ ਇਸ ਦੀ ਇੱਕ ਕਪੈਸਿਟੀ ਲਿਖੀ ਹੈ ਉੱਪਰ ਤੱਕ ਦੀ। ਉੱਪਰ ਤੱਕ ਜੇ ਭਰ ਦਈਏ 500 ਮਿਲੀਲੀਟਰ ਤੱਕ ਦਾ ਬੀਕਰ ਹੈ। ਯਾਨੀ ਕਿ ਜਿਹਨੂੰ ਆਪਾਂ ਅੱਧਾ ਲੀਟਰ ਕਹਿ ਦਿੰਦੇ ਹਾਂ, ਅੱਧਾ ਲੀਟਰ ਤੱਕ ਪਾਣੀ ਅਸੀਂ ਇਹਦੇ 'ਚ ਸਟੋਰ ਕਰ ਸਕਦੇ ਹਾਂ। ਠੀਕ ਹੈ। ਇਸ ਤੋਂ ਬਾਅਦ ਇੱਕ ਅਸੀਂ ਉਪਕਰਨ ਜਿਹੜਾ ਪ੍ਰਯੋਗਸ਼ਾਲਾ 'ਚ ਵਰਤਦੇ ਹਾਂ, ਇਹਨੂੰ ਅਸੀਂ ਕੋਨਿਕਲ ਫਲਾਸਕ ਜਾਂ ਸ਼ੰਕੂਤਲ ਫਲਾਸਕ ਕਹਿੰਦੇ ਹਾਂ। ਇਹਨੂੰ ਕੋਨਿਕਲ ਜਾਂ ਸ਼ੰਕੂਤਲ ਤਾਂ ਕਿਹਾ ਜਾਂਦਾ ਹੈ ਕਿਉਂਕਿ ਇਹਦੀ ਜਿਹੜੀ ਸ਼ੇਪ ਹੈ ਉਹ ਬਿਲਕੁਲ ਇੱਕ ਕੋਨ ਦੀ ਤਰ੍ਹਾਂ ਹੈ, ਸ਼ੰਕੂ ਦੀ ਤਰ੍ਹਾਂ ਹੈ। ਇਸ ਦੇ ਵਿੱਚ ਵੀ ਸਾਡੇ ਕੋਲ ਮਾਪਦੰਡ ਲੱਗੇ ਹੋਏ ਹਨ 250 ml ਤੱਕ ਦਾ। ਅਲੱਗ-ਅਲੱਗ ਆਕਾਰ ਦੀਆਂ ਸਾਡੇ ਕੋਲ ਫਲਾਸਕ ਜਿਹੜੀਆਂ ਨੇ ਉਪਲਬਧ ਹੁੰਦੀਆਂ ਨੇ। ਜਿਵੇਂ ਕਿ ਤੁਸੀਂ ਆਹ ਦੇਖ ਸਕਦੇ ਹੋ, ਇਹ ਸਾਡੇ ਕੋਲ 100 ਮਿਲੀਲੀਟਰ ਤੱਕ ਦੀ ਫਲਾਸਕ ਹੈ। ਇਹਨੂੰ ਅਸੀਂ ਸ਼ੰਕੂਤਲ ਫਲਾਸਕ ਕਹਿੰਦੇ ਹਾਂ। ਇਸ ਤਰ੍ਹਾਂ ਸਾਡੇ ਕੋਲ ਕੋਨਿਕਲ, ਕੋਨ ਬਣਿਆ, ਦੇਖੋ ਕੋਨ ਬਣਦਾ ਨਾ, ਤਿਕੋਣ, ਆ ਦੇਖੋ ਤਿਕੋਣੀ ਹੈ ਇਹ, ਤਾਂ ਹੀ ਇਸ ਨੂੰ ਕੋਨਿਕਲ ਫਲਾਸਕ ਕਿਹਾ ਜਾਂਦਾ ਹੈ। ਕਿ ਆ ਮੇਰਾ ਖਿਆਲ ਉਮੇਸ਼ ਜੀ ਇੱਕ ਸਪਿਰਿਟ ਲੈਂਪ ਹੈ। ਬਿਲਕੁਲ ਜੀ। ਜੇ ਇਹਦੇ ਵਿੱਚ ਸਪਿਰਿਟ ਪਾਈ ਜਾਂਦੀ ਹੈ ਤਾਂ ਉਹ ਸਪਿਰਿਟ ਜਲਨਸ਼ੀਲ ਪਦਾਰਥ ਹੈ। ਜਦੋਂ ਇਸ ਨੂੰ ਮਾਚਿਸ ਨਾਲ ਜਲਾਓਗੇ ਤਾਂ ਇਹ ਜਲਣਾ ਸ਼ੁਰੂ ਹੋ ਜਾਏਗਾ। ਜਲਾਓ ਉਮੇਸ਼ ਜੀ ਇਸ ਨੂੰ ਜਰਾ। ਆ ਦੇਖੋ ਬੇਟਾ, ਜਲ ਇਹ ਹੁਣ ਇਸ ਟਾਈਮ ਜਲ ਰਿਹਾ ਹੈ, ਪਰ ਤੁਹਾਨੂੰ ਇਸ ਲਾਟ ਦੀ ਨੀਲੀ ਰੋਸ਼ਨੀ ਨਜ਼ਰ ਆ ਰਹੀ ਹੋਣੀ ਹੈ, ਜਾਂ ਬਹੁਤ ਫਿੱਕੀ ਰੋਸ਼ਨੀ ਨਜ਼ਰ ਆ, ਜਾਂ ਕੈਮਰੇ 'ਚ ਹੋ ਸਕਦਾ ਨਜ਼ਰ ਹੀ ਨਾ ਆ ਰਹੀ ਹੋਵੇ, ਪਰ ਇਹ ਜਲ ਰਿਹਾ ਬੇਟਾ, ਗਰਮ ਹੈ। ਇਹ ਨੀਲੀ ਲਾਟ ਨਾਲ ਜਲ ਰਹੀ ਹੈ ਸਪਿਰਿਟ, ਇਹਦੇ ਵਿੱਚ ਸਪਿਰਿਟ ਪਾਈ ਹੈ, ਤਾਂ ਹੀ ਇਸ ਨੂੰ ਸਪਿਰਿਟ ਲੈਂਪ ਕਿਹਾ ਜਾਂਦਾ ਹੈ। ਇਸੇ ਕਰਕੇ ਇਸ ਨੂੰ ਸਪਿਰਿਟ ਲੈਂਪ ਕਿਹਾ ਜਾਂਦਾ ਹੈ। ਕਿਰਿਆ ਦੇ ਨਾਲ ਨਾਲ ਅਸੀਂ ਚੱਲਦੇ ਹੋਏ ਹੋਰ ਉਪਕਰਨ ਬਾਰੇ ਵੀ ਜਾਣਾਂਗੇ, ਹੋਰ ਵੋਕੈਬਲਰੀ ਤੁਹਾਡੀ ਡਿਵੈਲਪ ਹੋਏਗੀ। ਜਿਵੇਂ ਕਿ ਆਹ ਗਲਾਸ ਰੋਡ ਹੈ ਇੱਕ ਮਿਸ ਜੀ, ਇਹ ਗਲਾਸ ਰੋਡ ਦਾ ਇਸਤੇਮਾਲ ਕਰਾਂਗੇ ਆਪਾਂ। ਇਹ ਸਟੀਲਰ ਦੇ ਤੌਰ ਤੇ ਆ ਇੱਕ ਸਾਡੇ ਕੋਲ ਸਪੈਚੂਲਾ ਹੈ, ਜਿਹਦੇ ਨਾਲ ਦੋ ਤਰ੍ਹਾਂ ਨਾਲ ਯੂਜ਼ ਕਰਿਆ ਜਾਂਦਾ। ਜਿੱਦਾਂ ਬੇਟਾ ਘਰਾਂ 'ਚ ਚਮਚ ਨਹੀਂ ਹੁੰਦਾ, ਆ ਦੇਖੋ ਏਦਾਂ ਸਾਲਟ ਪਾਉਣ ਵਾਸਤੇ ਇਹਨੂੰ ਸਪੈਚੂਲਾ ਕਹਿੰਦੇ ਆ, ਸਪੈਚੂਲਾ।
ਔਰ ਕਿ ਕਿਸ ਤਰ੍ਹਾਂ ਦਾ ਹੀ ਸਾਡੇ ਕੋਲ ਉਪਕਰਨ ਹੈ। ਤੁਸੀਂ ਦੇਖੋਗੇ ਤੇ ਨਾਮ ਆਪਾਂ ਹੀ ਸੋਚ ਸਕਦੇ ਹੋ ਕਿ ਇਹਦਾ ਨਾਮ ਕੀ ਹੋਏਗਾ। ਮੈਂ ਇਹਦੇ ਨਾਲ ਕਿਸੇ ਚੀਜ਼ ਨੂੰ ਪਕੜਨ ਲੱਗਾ ਜਿਹਦੇ ਚੀਜ਼ ਬਾਰੇ ਆਪਾਂ ਪਹਿਲਾਂ ਦੱਸ ਚੁੱਕੇ ਹਾਂ ਕਿ ਇਸ ਨੂੰ ਆਪਾਂ ਕੀ ਕਹਿੰਦੇ ਹਾਂ। ਕੀ ਕਹਿੰਦੇ ਆ ਬੇਟਾ? ਇਹ ਸ਼ਾਬਾਸ਼, ਰਿਪੀਟ ਕਰੋ ਬਾਰ-ਬਾਰ। ਇਸ ਉਪਕਰਨ ਨੂੰ ਕੀ ਕਹਿੰਦੇ ਆ? ਟੈਸਟ ਟਿਊਬ ਜਾਂ ਟੈਸਟ ਟਿਊਬ। ਤਾਂ ਅਸੀਂ ਇਹਨੂੰ ਕੀ ਕੀਤਾ? ਹੋਲਡ ਕਰ ਲਿਆ। ਹੋਲਡ ਕਰਨਾ ਮਤਲਬ ਬੇਟਾ ਫੜ ਲਿਆ ਇਸ ਨੂੰ। ਪਕੜ ਲਿਆ। ਤਾਂ ਇਹ ਜਿਹੜਾ ਮੇਰੇ ਹੱਥ 'ਚ ਉਪਕਰਨ ਹੈ ਇਹ ਟੈਸਟ ਟਿਊਬ ਨੂੰ ਹੋਲਡ ਕਰਨ ਦੇ ਕੰਮ ਆਉਂਦਾ ਹੈ। ਤਾਂ ਇਹਦਾ ਨਾਮ ਹੈ ਟੈਸਟ ਟਿਊਬ ਹੋਲਡਰ। ਯੈਸ, ਪਰਖਣ ਵਾਲੀ ਹੋਲਡਰ ਜਾਂ ਟੈਸਟ ਟਿਊਬ ਹੋਲਡਰ। ਇਹ ਜਿਹੜਾ ਮੋਟਾ-ਮੋਟਾ ਜਿਹੜਾ ਤੁਸੀਂ ਹੁਣ ਜਾਣਿਆ, ਇਹ ਉਪਕਰਨਾਂ ਦੇ ਨਾਂ ਸੀ ਜਿਹੜੇ ਆਪਾਂ ਕਿਰਿਆ ਕਰਦੇ ਹੋਏ ਇਸਤੇਮਾਲ ਕਰਾਂਗੇ, ਵਰਤਾਂਗੇ ਇਹਨਾਂ ਨੂੰ। ਔਰ ਇਹ ਤੁਹਾਨੂੰ ਬਹੁਤ ਬਾਖੂਬੀ ਯਾਦ ਹੋਣਾ ਚਾਹੀਦਾ। ਉਮੇਸ਼ ਜੀ, ਮੇਰੇ ਖਿਆਲ ਤੁਹਾਡੇ ਹੱਥ 'ਚ ਹਾਂਜੀ ਇੱਕ ਚੀਜ਼ ਹੈ, ਮੈਂ ਉਹ ਇੱਕ ਚੀਜ਼ ਹੋਰ ਦਿਖਾਣਾ ਚਾਹਾਂਗਾ ਕਿ ਇਹ ਸਾਡੇ ਕੋਲ ਜਿਹੜਾ ਇੱਕ ਉਪਕਰਨ ਹੈ ਇਹਨੂੰ ਇੰਗਲਿਸ਼ ਵਿੱਚ ਬੱਚੋ ਪਤਾ ਕੀ ਕਹਿੰਦੇ ਆ ਜਾਂ ਪੰਜਾਬੀ ਵਿੱਚ? ਹਾਂਜੀ ਗੁਰਮੀਤ ਜੀ, ਕੀ ਕਹਿੰਦੇ ਇਹਨੂੰ? ਇਸ ਨੂੰ ਜੀ ਡ੍ਰੌਪਰ ਕਹਿੰਦੇ ਆ। ਹਾਂ, ਕਿਉਂਕਿ ਜੇਕਰ ਆਪਾਂ ਹੁਣ ਸਵਾਲ ਤੁਹਾਡੇ ਦਿਮਾਗ 'ਚ ਇਹ ਪੈਦਾ ਹੋਣਾ ਚਾਹੀਦਾ ਕਿ ਡ੍ਰੌਪਰ ਕਿਉਂ? ਕਿਉਂਕਿ ਉਮੇਸ਼ ਜੀ ਨੇ ਦੱਸਿਆ ਵੀ ਇਹਨੂੰ ਟੈਸਟ ਟਿਊਬ ਕਿਉਂ ਕਹਿੰਦੇ ਆ, ਕਿਉਂਕਿ ਇਸ 'ਚ ਟੈਸਟ ਕਰਦੇ ਆ। ਇਹਨੂੰ ਅਸੀਂ ਦੇਖਿਆ ਬਿੱਕਰ ਕਿਉਂ ਕਹਿੰਦੇ ਆ, ਕਿਉਂਕਿ ਇਹਦੀ ਬੀਕ ਹੁੰਦੀ ਹੈ, ਇਸ ਲਈ ਬਿੱਕਰ ਕਹਿੰਦੇ ਆ। ਇਸ ਨੂੰ ਕੋਨੀਕਲ ਫਲਾਸਕ ਕਿਉਂ ਕਿਹਾ? ਕਿਉਂਕਿ ਇਹ ਕੋਨੀਕਲ ਹੈ, ਇਸ ਲਈ ਫਲਾਸਕ ਕਿਹਾ। ਇਸ ਨੂੰ ਸਪਿਰਿਟ ਲੈਂਪ ਕਿਉਂ ਅਸੀਂ ਆਖਿਆ? ਕਿਉਂਕਿ ਇਸ 'ਚ ਸਪਿਰਿਟ ਪਾਈ ਜਾਂਦੀ ਹੈ ਤੇ ਜਲਾਇਆ ਜਾਂਦਾ ਹੈ, ਲੈਂਪ ਦੀ ਤਰ੍ਹਾਂ ਜਲਦਾ ਹੈ, ਇਸ ਲਈ ਸਪਿਰਿਟ ਲੈਂਪ ਆਖਿਆ। ਔਰ ਇਸ ਨੂੰ ਹੋਲਡ ਕਰਨ ਲਈ, ਟੈਸਟ ਟਿਊਬ ਹੋਲਡ ਕਰਨ ਲਈ ਵਰਤਿਆ, ਇਸ ਲਈ ਇਸ ਨੂੰ ਟੈਸਟ ਟਿਊਬ ਹੋਲਡਰ ਆਖਿਆ। ਹੁਣ ਸਵਾਲ ਇਹ ਹੈ, ਇਹਨੂੰ ਡ੍ਰੌਪਰ ਕਿਉਂ ਆਖਿਆ? ਕਿਉਂ? ਦੇਖੋ ਬੇਟਾ, ਧਿਆਨ ਨਾਲ ਦੇਖੋ। ਆ ਮੈਂ ਪਾਣੀ ਲਿਆ, ਇਸ ਨੂੰ ਇਸ 'ਚ ਪਾਣੀ 'ਚ ਪਾਇਆ ਤੇ ਦੇਖਿਆ ਕਿ ਡ੍ਰੌਪ ਦੀ ਤੌਰ ਤੁਪਕੇ ਗਿਰ ਰਹੇ ਹੈ। ਆ ਦੇਖੋ, ਤੁਪਕਾ ਡ੍ਰੌਪ ਗਿਰ ਰਿਹਾ। ਇਹ ਜਿਹੜਾ ਜੋ ਵੀ ਇਸ 'ਚ ਪਾਵਾਂਗੇ ਉੱਪਰੋਂ ਬੰਦ, ਇਹ ਸੀਲਡ ਹੁੰਦਾ ਹੈ ਤੇ ਉਹ ਤੁਪਕਾ ਚੀਜ਼, ਕਿੰਨੇ ਤੁਪਕੇ ਆਪਾਂ ਤੇਜ਼ਾਬ ਦੇ ਜਾਂ ਖਾਰ ਦੇ ਜਾਂ ਕਿਸੇ ਪਾਣੀ ਦੇ ਜਾਂ ਕਿਸੇ ਹੋਰ ਚੀਜ਼ ਦੇ ਪਾਣੇ ਹੈ, ਇਸ ਦਾ ਇਸਤੇਮਾਲ ਕਰਦੇ ਹੋਏ ਆਪਾਂ ਕਰ ਸਕਦੇ ਹਾਂ। 10ਵੀਂ ਜਮਾਤ ਦੇ ਪਹਿਲੇ ਚੈਪਟਰ ਦੇ ਵਿੱਚ ਜਿਹੜੀ ਪਹਿਲੀ ਕਿਰਿਆ ਹੈ ਮੈਗਨੀਸ਼ੀਅਮ ਦੇ ਰਿਬਨ ਨੂੰ ਜਲਾਉਣਾ। ਓਕੇ, ਅਸੀਂ ਉਹ ਕਿਰਿਆ ਕਰਕੇ ਦਿਖਾਵਾਂਗੇ ਕਿ ਮੈਗਨੀਸ਼ੀਅਮ ਦੇ ਰਿਬਨ ਨੂੰ ਜਲਾਉਣ ਤੇ ਕੀ ਬਣਦਾ ਹੈ ਤੇ ਕਿਵੇਂ ਬਣਦਾ ਹੈ। ਉਹਦੇ ਲਈ ਮੈਂ ਸਭ ਤੋਂ ਪਹਿਲਾਂ ਇਹ ਦੱਸਣਾ ਚਾਹਾਂਗਾ ਕਿ ਇਹਦੇ ਲਈ ਸਾਨੂੰ ਕੀ ਕੀ ਸਮਾਨ ਚਾਹੀਦਾ ਹੈ। ਸਾਨੂੰ ਇੱਕ ਸਪਿਰਿਟ ਲੈਂਪ ਚਾਹੀਦਾ ਹੈ। ਸਪਿਰਿਟ ਲੈਂਪ ਨੂੰ ਜਲਾਉਣ ਵਾਸਤੇ ਇੱਕ ਮਾਚਿਸ ਦੀ ਡੱਬੀ, ਇੱਕ ਸੈਂਡ ਪੇਪਰ। ਹੁਣ ਸੈਂਡ ਪੇਪਰ ਕਿੱਥੇ ਵਰਤੋਂ ਆਏਗਾ, ਕਿਵੇਂ ਕਰਨਾ ਹੈ, ਇਹ ਵੀ ਆਪਾਂ ਡਿਸਕਸ ਕਰਦੇ ਹਾਂ। ਤੇ ਉਸ ਤੋਂ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਸਾਨੂੰ ਆ ਮੈਗਨੀਸ਼ੀਅਮ ਰਿਬਨ ਲੈਣਾ। ਇੱਕ ਤੁਸੀਂ ਗੱਲ ਕਰੀ ਸੀ ਸੈਂਡ ਪੇਪਰ ਲੈ ਕੇ ਆਏ ਹੋ, ਮੈਨੂੰ ਇਹ ਸਮਝ ਨਹੀਂ ਆਇਆ ਕਿ ਸੈਂਡ ਪੇਪਰ ਦਾ ਤੁਸੀਂ ਕੀ ਕਰੋਗੇ ਯਾਰ? ਅਲਕਲਾਈਨ ਅਰਥ ਮੈਟਰਸ ਦੇ ਵਿੱਚ ਸੈਂਡ ਪੇਪਰ ਦਾ ਇਸਤੇਮਾਲ। ਇੱਧਰ ਦੇਖੋ ਸਰ, ਜੇਕਰ ਤੁਸੀਂ ਆਹ ਵਾਲੇ ਮੈਗਨੀਸ਼ੀਅਮ ਤੇ ਇਹ ਵਾਲੇ ਮੈਗਨੀਸ਼ੀਅਮ ਦੇ ਵਿੱਚ ਫਰਕ ਦੇਖੋ ਸਰ, ਆ ਰਿਹਾ ਫਰਕ ਨਜ਼ਰ ਕੋਈ? ਦੇਖਾਂ? ਹਾਂਜੀ ਹਾਂਜੀ ਪਿਆਰੇ ਵਿਦਿਆਰਥੀਓ, ਤੁਹਾਨੂੰ ਕੋਈ ਫਰਕ ਨਜ਼ਰ ਆ ਰਿਹਾ ਹੈ? ਮੈਨੂੰ ਤਾਂ ਇੰਨਾ ਕੁ ਪਤਾ ਲੱਗ ਰਿਹਾ ਕਿ ਆ ਸ਼ਾਈਨ ਜ਼ਿਆਦਾ ਕਰ ਰਿਹਾ ਹੈ, ਆ ਜਰਾ ਘੱਟ ਕਰ ਰਿਹਾ ਸ਼ਾਈਨ। ਇੱਥੇ ਦੱਸਣਾ ਚਾਹਾਂਗੇ ਕਿ ਮੈਗਨੀਸ਼ੀਅਮ ਇੱਕ ਕਿਰਿਆਸ਼ੀਲ ਧਾਤ ਹੈ ਜਿਹੜੀ ਕਿ ਵਾਯੂਮੰਡਲ ਦੇ ਵਿੱਚੋਂ ਆਕਸੀਜਨ ਦੇ ਨਾਲ ਆਸਾਨੀ ਨਾਲ ਕਿਰਿਆ ਕਰਕੇ ਮੈਗਨੀਸ਼ੀਅਮ ਆਕਸਾਈਡ ਦੀ ਪਰਤ ਬਣਾ ਲੈਂਦੀ ਉਹਦੇ ਉੱਤੇ। ਤੇ ਇਹਦੀ ਜਿਹੜੀ ਚਮਕ ਹੈ ਉਹ ਲੁਕ ਗਈ ਇਹਦੇ ਨੀਚੇ। ਇਹਦੇ ਬਾਅਦ ਮੈਗਨੀਸ਼ੀਅਮ ਆਕਸਾਈਡ ਦੀ ਇਹਦਾ ਮਤਲਬ ਇਹ ਹੈ ਕਿ ਇਸ ਦੇ ਉੱਪਰ ਮੈਗਨੀਸ਼ੀਅਮ ਆਕਸਾਈਡ ਦੀ ਇੱਕ ਪਰਤ ਜਮੀ ਹੋਈ ਹੈ। ਜੀ ਪਿਆਰੇ ਵਿਦਿਆਰਥੀਓ, ਮੈਨੂੰ ਹੁਣ ਯਾਦ ਆ ਰਿਹਾ ਹੈ ਕਿ ਜਦੋਂ ਅਸੀਂ ਮਤਲਬ ਘਰ ਦੇ ਵਿੱਚ ਐਲੂਮੀਨੀਅਮ ਦਾ ਬਰਤਨ ਲੈ ਕੇ ਆਉਂਦੇ ਹਾਂ, ਉਹ ਬਹੁਤ ਚਮਕ ਰਿਹਾ ਹੁੰਦਾ ਨਵਾਂ। ਤੁਸੀਂ ਵੀ ਦੇਖਿਆ ਹੋਵੇਗਾ ਗੁਰਮੀਤ ਜੀ। ਪਰ ਕੁਝ ਸਮੇਂ ਬਾਅਦ ਉਹਦੀ ਚਮਕ ਨਾ ਫਿੱਕੀ ਪੈਣੀ ਸ਼ੁਰੂ ਹੋ ਜਾਂਦੀ ਹੈ। ਬਿਲਕੁਲ ਜੀ। ਉਹ ਵੀ ਕੀ, ਉਹ ਕਿਉਂ? ਤੁਸੀਂ ਆਪਣੇ ਟੀਚਰ ਨੂੰ ਇਹ ਗੱਲ ਪੁੱਛਿਓ ਜ਼ਰੂਰ। ਜਿੱਦਾਂ ਤੁਸੀਂ ਦੇਖਿਆ ਕਿ ਐਲੂਮੀਨੀਅਮ ਦੀ ਧਾਤ ਦੀ ਚਮਕ ਵੀ ਘਟ ਜਾਂਦੀ ਹੈ ਕੁਝ ਸਮੇਂ ਨਾਲ, ਔਰ ਮੈਗਨੀਸ਼ੀਅਮ ਦੀ ਧਾਤ ਦੀ ਚਮਕ ਵੀ ਘਟੀ ਹੋਈ ਹੈ। ਜਿੱਦਾਂ ਤੁਹਾਨੂੰ ਦੱਸਿਆ ਗਿਆ ਕਿ ਇਸ ਦੇ ਨਾਲ ਇਹ ਵਾਤਾਵਰਣ 'ਚ ਮੌਜੂਦ ਆਕਸੀਜਨ ਨਾਲ ਕਿਰਿਆ ਕਰਕੇ ਇਹਦੀ ਧਾਤ ਦੀ ਚਮਕ ਫਿੱਕੀ ਪੈ ਗਈ। ਪਰ ਕੀ ਹਰ ਧਾਤ ਦੀ ਫਿੱਕੀ ਪੈ ਜਾਂਦੀ ਹੈ? ਹੁਣ ਅੱਜ ਦੀ ਕਿਰਿਆ ਜਿਹੜੀ ਆਪਣੀ, ਜਿੱਦਾਂ ਕਿ ਤੁਹਾਨੂੰ ਦੱਸਿਆ ਗਿਆ, ਮੈਗਨੀਸ਼ੀਅਮ ਦੀ ਕਿਰਿਆ ਹੈ। ਮੈਗਨੀਸ਼ੀਅਮ ਰਿਬਨ ਤੁਸੀਂ ਦੇਖ ਲਿਆ ਹੈ, ਮੈਗਨੀਸ਼ੀਅਮ ਰਿਬਨ ਦੀ ਤਰ੍ਹਾਂ ਦੇਖ ਰਹੇ ਹੋ ਬੇਟਾ, ਜਿਸ ਤਰ੍ਹਾਂ ਆਮ ਸਪਰਿੰਗ ਦੀ ਤਰ੍ਹਾਂ ਰਿਬਨ ਟਾਈਪਸ, ਆ ਮੈਗਨੀਸ਼ੀਅਮ ਰਿਬਨ ਹੈ। ਮੈਗਨੀਸ਼ੀਅਮ ਰਿਬਨ
ਔਰ ਇਹ ਦੋ ਟੁਕੜੇ ਜਿਹੜੇ ਐਸੇ ਤੁਹਾਨੂੰ ਨਜ਼ਰ ਆ ਰਹੇ ਹੈ ਜਿਹੜੇ ਕਿ ਬਹੁਤ ਹੀ ਜ਼ਿਆਦਾ ਚਮਕ ਰਹੇ ਹੈ। ਮੇਰਾ ਖਿਆਲ ਹੈ ਕਿ ਤੁਸੀਂ ਵੀ ਚਮਕਾ ਸਕਦੇ ਹੋ। ਇਹ ਇੱਦਾਂ ਮੈਂ ਕੋਈ ਛੋਟਾ ਜਿਹਾ ਟੁਕੜਾ ਲਵਾਂ, ਛੋਟਾ ਜਿਹਾ ਟੁਕੜਾ ਲਿਆ, ਇਸ ਨੂੰ ਸੈਂਡ ਪੇਪਰ ਨਾਲ, ਰੇਗਮਾਰ ਜਿਹਨੂੰ ਕਹਿੰਦੇ ਆ, ਰੇਗਮਾਰ ਨਾਲ ਰਗੜਿਆ। ਆ ਮੈਂ ਰਗੜ ਰਿਹਾ ਇਸ ਨੂੰ। ਗੁਰਮੀਤ ਜੀ ਦੇਖ ਰਹੇ ਹੋ ਤੁਸੀਂ ਹਾਂਜੀ ਰਗੜ ਰਿਹਾ ਮੈਂ। ਉਮੇਸ਼ ਜੀ ਬਿਲਕੁਲ ਜੀ ਬਿਲਕੁਲ, ਇਹ ਤੁਹਾਨੂੰ ਨਜ਼ਰ ਆ ਰਿਹਾ ਇਹਦੀ ਚਮਕ ਵੱਧਦੀ ਜਾ ਰਹੀ ਹੈ ਜਿਉਂ-ਜਿਉਂ ਮੈਂ ਰਗੜ ਰਿਹਾ। ਪਰ ਮੇਰੇ ਦਿਮਾਗ 'ਚ ਇਹ ਸਵਾਲ ਪੈਦਾ ਹੋ ਰਿਹਾ ਕਿ ਮੈਂ ਕਿਉਂ ਰਗੜਾਂ ਇਸ ਨੂੰ, ਮੈਂ ਇਦਾਂ ਹੀ ਕਿਉਂ ਨਹੀਂ ਕਰ ਲੈਂਦਾ ਕਿਰਿਆ। ਸਰ ਕਿਉਂਕਿ ਇਹਦੇ ਉੱਪਰ ਜਿਹੜੀ ਮੈਗਨੀਸ਼ੀਅਮ ਆਕਸਾਈਡ ਦੀ ਪਰਤ ਹੈ ਉਹ ਉਹਨੇ ਮੈਟਲ ਮੈਗਨੀਸ਼ੀਅਮ ਨੂੰ ਕਵਰ ਕਰ ਦਿੱਤਾ। ਹੁਣ ਜਦੋਂ ਤੁਸੀਂ ਆਪਾਂ ਇਹਦੇ ਨਾਲ ਕਿਰਿਆ ਕਰਨੀ ਹੈ, ਇਹਨੂੰ ਬਰਨ ਕਰਨਾ ਚਾਹੁੰਦੇ ਆ, ਤਾਂ ਮੈਗਨੀਸ਼ੀਅਮ ਆਕਸਾਈਡ ਉਹਨੂੰ ਬਰਨ ਹੋਣ ਤੋਂ ਰੋਕਦਾ ਹੈ। ਉਹਦਾ ਇਗਨੀਸ਼ਨ ਟੈਂਪਰੇਚਰ ਵਧਾਏਗਾ, ਉਹਨੂੰ ਛੇਤੀ ਅੱਗ ਨਹੀਂ ਲੱਗੇਗੀ। ਇਸ ਨੂੰ ਉਤਾਰਨ ਲਈ ਕੀ ਹੈ, ਇਸ ਨੂੰ ਉੱਪਰ ਮੈਗਨੀਸ਼ੀਅਮ ਆਕਸਾਈਡ ਦੀ ਪਰਤ ਨੂੰ ਅਸੀਂ ਉਤਾਰਨਾ ਚਾਹੁੰਦੇ ਹਾਂ ਤਾਂ ਕਿ ਅਸੀਂ ਮੈਗਨੀਸ਼ੀਅਮ ਦੀ ਕਿਰਿਆ ਹਵਾ ਨਾਲ ਕਰ ਸਕੀਏ। ਓਕੇ, ਕਿਉਂਕਿ ਸਾਡੀ ਨਹੀਂ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਮੈਗਨੀਸ਼ੀਅਮ ਆਕਸਾਈਡ ਘੱਟ ਕਿਰਿਆਸ਼ੀਲ ਹੈ ਮੈਗਨੀਸ਼ੀਅਮ ਨਾਲੋਂ? ਬਿਲਕੁਲ ਜੀ। ਉਹ ਕਿਉਂ? ਸਰ ਮੈਗਨੀਸ਼ੀਅਮ ਆਕਸਾਈਡ ਇੱਕ ਸਟੇਬਲ ਆਕਸਾਈਡ ਹੈ ਇਹਨਾਂ ਦਾ, ਤੇ ਉਹ ਆਲਰੇਡੀ ਆਕਸੀਜਨ ਨਾਲ ਕਿਰਿਆ ਕਰਕੇ ਇੱਕ ਯੌਗਿਕ ਬਣ ਚੁੱਕਿਆ। ਉਹ ਇੱਕ ਧਾਤ ਨਹੀਂ ਰਿਹਾ ਹੁਣ, ਅਸੀਂ ਧਾਤ ਦੀ ਕਿਰਿਆ ਕਰਨਾ ਚਾਹੁੰਦੇ ਹਾਂ, ਇਸ ਕਰਕੇ ਉੱਪਰੋਂ ਮੈਗਨੀਸ਼ੀਅਮ ਆਕਸਾਈਡ ਦੀ ਪਰਤ ਉਤਾਰਨੀ ਪੈਂਦੀ ਹੈ ਜੀ। ਪਿਆਰੇ ਵਿਦਿਆਰਥੀਓ, ਤੁਸੀਂ ਦੇਖਦੇ ਹੋ ਆਪਣੇ ਆਲੇ ਦੁਆਲੇ ਕਿ ਕੁਦਰਤ ਦਾ ਇਹ ਨਿਯਮ ਹੈ ਕਿ ਹਰ ਚੀਜ਼ ਸਟੇਬਿਲਿਟੀ ਵੱਲ ਨੂੰ ਜਾਂਦੀ ਹੈ। ਜਿਹੜੀ ਚੀਜ਼ ਮਤਲਬ ਸਾਰਾ ਸਾਡਾ ਸਰਕਲ ਆਲੇ ਦੁਆਲੇ ਪ੍ਰਕਿਰਤੀ ਦੇ ਵਿੱਚ ਸਟੇਬਿਲਿਟੀ ਦੇ ਉੱਪਰ ਆਧਾਰਿਤ ਹੈ। ਹਰ ਕਿਰਿਆ ਸਾਡੀ ਸਟੇਬਿਲਿਟੀ ਵੱਲ ਨੂੰ ਜਾ ਰਹੀ ਹੈ। ਇਸੇ ਤਰ੍ਹਾਂ ਮੈਗਨੀਸ਼ੀਅਮ ਵੀ ਹਵਾ ਵਿੱਚ ਮੌਜੂਦ ਆਕਸੀਜਨ ਨਾਲ ਕਿਰਿਆ ਕਰਕੇ ਇੱਕ ਸਟੇਬਲ ਆਕਸਾਈਡ ਬਣਾਤਾ। ਉਸ ਦਾ ਨਾਮ ਦਿੱਤਾ ਆਪਾਂ ਮੈਗਨੀਸ਼ੀਅਮ ਆਕਸਾਈਡ, MgO। ਹੁਣ MgO ਬਹੁਤ ਹੀ ਸਟੇਬਲ ਕੰਪਾਊਂਡ ਹੈ, ਬਹੁਤ ਹੀ ਸਟੇਬਲ ਕੰਪਾਊਂਡ ਹੈ। ਉਹ ਜਾਨੀ ਕਿ ਜੇ ਆਪਾਂ ਜਲਾਵਾਂਗੇ ਆਪਣੀ ਕਿਰਿਆ ਨਹੀਂ ਹੋਏਗੀ। ਇਸ ਨੂੰ ਮੈਗਨੀਸ਼ੀਅਮ ਆਕਸਾਈਡ ਦੀ ਪਰਤ ਨੂੰ ਆਪਾਂ ਰੇਗਮਾਰ ਨਾਲ ਰਗੜ ਕੇ ਉਤਾਰਤਾ। ਦੇਖਿਆ ਤੁਸੀਂ, ਸ਼ਾਈਨ ਕਰਨ ਲੱਗ ਗਿਆ। ਹੁਣ ਜਦੋਂ ਇਸ ਦੀ ਕਿਰਿਆ ਆਕਸੀਜਨ ਨਾਲ ਕਰਾਵਾਂਗੇ ਤਾਂ ਫਿਰ ਦੇਖਦੇ ਹਾਂ ਆਪਾਂ ਵਿਦਿਆਰਥੀਓ ਕੀ ਹੁੰਦਾ। ਤੁਸੀਂ ਕਲਾਸ 'ਚ ਵੀ ਕਰੋਗੇ, ਹੁਣ ਦੇਖੋਗੇ ਵੀ। ਚਲੋ ਜੀ ਕੀ ਹੁੰਦਾ ਇਸ। ਪਿਆਰੇ ਵਿਦਿਆਰਥੀਓ, ਸਪਿਰਿਟ ਲੈਂਪ ਹੈ। ਜਿੱਦਾਂ ਅਸੀਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ, ਸਪਿਰਿਟ ਲੈਂਪ ਇਸ ਨੂੰ ਕਿਉਂ ਕਹਿੰਦੇ ਆ, ਕਿਉਂਕਿ ਇਹਦੇ ਵਿੱਚ ਸਪਿਰਿਟ ਪਾਈ ਜਾਂਦੀ ਹੈ ਤੇ ਇਸ ਨੂੰ ਜਲਾਇਆ ਜਾਂਦਾ ਲੈਂਪ ਦੀ ਤਰ੍ਹਾਂ। ਆ ਲਓ, ਮੈਂ ਲੈਂਪ ਦੀ ਤਰ੍ਹਾਂ, ਜਿੱਦਾਂ ਤੁਸੀਂ ਘਰਾਂ 'ਚ ਦੀਵਾ ਜਾਂ ਕੋਈ ਹੋਰ ਲੈਂਪ ਜਿਸ 'ਚ ਤੇਲ ਪਾਇਆ ਹੁੰਦਾ ਹੈ ਉਹਨੂੰ ਜਲਾਉਂਦੇ ਹੋ, ਉੱਦਾਂ ਹੀ ਮੈਂ ਇਸ ਨੂੰ ਜਲਾਇਆ। ਅੱਜ ਜਲਣ ਲੱਗ ਪਿਆ। ਇਹਦੀ ਲਾਟ ਤੁਸੀਂ ਦੇਖ ਰਹੇ ਹੋ, ਬਹੁਤ ਅੱਛੀ ਨੀਲੀ ਲਾਟ ਹੈ ਨਿਚਲੇ ਪਾਸੇ, ਔਰ ਉੱਪਰ ਥੋੜੀ ਜੀ ਰੈਡਿਸ਼ ਜੀ ਲਾਟ ਨਜ਼ਰ ਆ ਰਹੀ ਹੈ। ਹੁਣ ਅਸੀਂ ਇੱਕ ਚਿਮਟੀ ਦੀ ਮਦਦ ਨਾਲ ਇਸ ਮੈਗਨੀਸ਼ੀਅਮ ਦੇ ਰੀਬਨ ਦੇ ਇੱਕ ਟੁਕੜੇ ਨੂੰ ਪਕੜਾਂਗੇ ਔਰ ਇਹਦੇ 'ਚ। ਉਮੇਸ਼ ਜੀ, ਮੈਨੂੰ ਇਹ ਸਮਝ ਨਹੀਂ ਆਇਆ, ਤੁਸੀਂ ਚਿਮਟੀ ਕਿਉਂ ਲਈਏ? ਸਿਰ ਇਹਦੇ ਨਾਲ ਅਸੀਂ ਇਹਨੂੰ ਆਸਾਨੀ ਨਾਲ ਹੋਲਡ ਕਰ ਸਕਦੇ ਹਾਂ, ਬੜੀ ਬਰੀਕ ਹੈ ਹੋਲਡਰ ਦੇ ਨਾਲੋਂ। ਜੇ ਮੈਂ ਤੁਸੀਂ ਕਹਿਣਾ ਚਾਹੁੰਦੇ ਹੋ ਮੈਂ ਇਦਾਂ ਨਾ ਫੜਾਂ, ਹੱਥ 'ਚ ਨਹੀਂ ਪਕੜਨਾ ਚਾਹ, ਕਿਉਂਕਿ ਇਹ ਬੜੀ ਤੇਜ਼ੀ ਨਾਲ। ਵਿਦਿਆਰਥੀਓ, ਇਸ ਗੱਲ ਦਾ ਬਿਲਕੁਲ ਧਿਆਨ ਰੱਖੋ ਕਿ ਸਿੱਧਾ ਮੈਗਨੀਸ਼ੀਅਮ ਰਿਬਨ ਨੂੰ ਹੱਥ 'ਚ ਨਹੀਂ ਫੜਨਾ, ਸਿੱਧਾ ਨਹੀਂ ਫੜਨਾ। ਕਿੱਦਾਂ ਫੜਨਾ ਹੈ? ਚਿਮਟੀ ਨਾਲ। ਜਿੱਦਾਂ ਤੁਹਾਡੇ ਮਾਤਾ ਜੀ ਖਾਣਾ ਬਣਾਉਣ ਸਮੇਂ ਕਿਸੇ ਉਹ ਚਿਮਟੇ ਦਾ ਇਸਤੇਮਾਲ ਕਰਦੇ, ਘਰਾਂ 'ਚ ਦੇਖਿਆ ਨਾ ਚਿਮਟਾ, ਹਾਂ ਚਿਮਟੇ ਦਾ ਇਸਤੇਮਾਲ ਕਰਦੇ ਆ, ਉਦਾਂ ਹੀ ਸਾਡੀ ਪ੍ਰਯੋਗਸ਼ਾਲਾ ਵਿੱਚ ਛੋਟੀ ਜਿਹੀ ਚਿਮਟੀ ਹੈ, ਇਸ ਨੂੰ ਚਿਮਟੀ ਕਿਹਾ, ਚਿਮਟੇ ਦਾ ਛੋਟਾ ਨਾਂ ਚਿਮਟੀ। ਤਾਂ ਉਸ ਤੋਂ ਬਾਅਦ ਅਸੀਂ ਇਸ ਮੈਗਨੀਸ਼ੀਅਮ ਰਿਬਨ ਨੂੰ ਜਦੋਂ ਅਸੀਂ ਜਲਾਣਾ ਹੈ ਤਾਂ ਕੁਝ ਸਾਵਧਾਨੀਆਂ ਦਾ ਧਿਆਨ ਰੱਖਣਾ ਹੈ। ਅਧਿਆਪਕ ਸਾਥੀ ਜਿਹੜੇ ਨੇ ਇਸ ਗੱਲ ਦਾ ਧਿਆਨ ਰੱਖਣ ਕਿ ਇਸ ਵਿੱਚੋਂ ਬਹੁਤ ਤੇਜ਼ ਰੋਸ਼ਨੀ ਨਿਕਲਦੀ ਹੈ ਔਰ ਬੱਚਿਆਂ ਨੂੰ ਥੋੜਾ ਜਿਹਾ ਦੂਰ ਰੱਖ ਕੇ ਦਿਖਾਇਆ ਜਾਵੇ, ਤੇ ਹੋ ਸਕੇ ਤਾਂ ਜਿਹੜੇ ਆ ਚਸ਼ਮੇ ਜਿਹੜੇ ਆ ਲਗਾ ਲਿੱਤੇ ਜਾਣ। ਅਸੀਂ ਹੁਣ ਇਸ ਕਿਰਿਆ ਨੂੰ ਕਰਾਂਗੇ ਔਰ ਇਸ ਦੀ ਜਿਹੜੀ ਰਾਖ ਹੋਏਗੀ, ਜਿਹੜਾ ਮੈਗਨੀਸ਼ੀਅਮ ਤੇ ਆਕਸੀਜਨ ਬਰਨ ਹੋ ਕੇ ਮੈਗਨੀਸ਼ੀਅਮ ਆਕਸਾਈਡ ਬਣੇਗਾ, ਉਸ ਨੂੰ ਅਸੀਂ ਇਸ ਤਰ੍ਹਾਂ ਇੱਕ ਵਾਚ ਗਲਾਸ ਤੇ ਇਕੱਠਾ ਕਰਾਂਗੇ। ਉਮੇਸ਼ ਜੀ, ਮੇਰਾ ਖਿਆਲ ਹੈ ਜਦੋਂ ਵੀ ਆਪਾਂ ਬਰਨਿੰਗ ਦੇ ਕੋਈ ਐਕਸਪੈਰੀਮੈਂਟ ਕਰਨੇ ਹੁੰਦੇ ਆ, ਅਸੀਂ ਪਹਿਲਾਂ ਵੀ ਦੇਖਿਆ ਜਦੋਂ ਕਿ ਕਿਰਿਆਵਾਂ ਕਰਾਈਆਂ, ਪ੍ਰੀ ਫੇਅਰ ਲਗਾਏ, ਫੇਅਰ ਲਗਾਏ, ਅਸੀਂ ਇਹ ਗੱਲ ਬਹੁਤ ਜ਼ਿਆਦਾ ਜ਼ੋਰ ਦੇ ਕੇ, ਤਵੱਜੋ ਦੇ ਕੇ ਕਹੀ ਸੀ ਕਿ ਅੱਗ ਵਾਲੀ ਜਿਹੜੀ ਵੀ ਐਕਟੀਵਿਟੀ ਹੈ ਉਸ ਦੇ ਨਾਲ ਇੱਕ ਪਾਣੀ ਦੀ ਬਾਲਟੀ ਔਰ ਇੱਕ ਸੈਂਡ, ਰੇਤ ਦੀ ਬਾਲਟੀ,
ਦੋ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਤੁਹਾਡੇ ਆਲੇ ਦੁਆਲੇ ਬੈਠਾ ਚੈੱਕ ਕਰੋ ਕਿ ਪਾਣੀ ਦੀ ਬਾਲਟੀ ਅਵੇਲੇਬਲ ਹੈ ਕਿ ਨਹੀਂ। ਵਿਦਿਆਰਥੀਓ ਮੇਰੀ ਗੱਲ ਸੁਣੋ ਧਿਆਨ ਨਾਲ, ਇਹ ਬਹੁਤ ਹੀ ਅਹਿਮ ਹੈ ਕਿਉਂਕਿ ਅੱਗ ਤੇ ਕਾਬੂ ਪਾਉਣਾ ਬਾਅਦ ਵਿੱਚ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਤੁਹਾਡੇ ਕੋਲ ਪਾਣੀ ਦੀ ਬਾਲਟੀ ਦਾ ਪਹਿਲਾਂ ਤੋਂ ਇੰਤਜ਼ਾਮ ਔਰ ਰੇਤ ਦੀ ਬਾਲਟੀ ਦਾ ਇਸਤੇਮਾਲ ਕਰਨ ਪਹਿਲਾਂ ਤੋਂ ਹੀ ਹੋਣਾ ਚਾਹੀਦਾ ਤੇ ਫਿਰ ਤੁਸੀਂ ਇਹ ਕਿਰਿਆ ਨੂੰ ਕਰਾਓਗੇ। ਮੇਸ਼ ਜੀ ਹੈਗੀ ਹੈ ਪਾਣੀ ਦੀ ਬਾਲਟੀ, ਗੁਰਮੀਤ ਜੀ ਰੱਖੀ ਹੋਈ ਹੈ ਨਾ? ਪਾਣੀ ਹੈ, ਬਿਲਕੁਲ ਜੀ, ਠੀਕ ਹੈ ਜੀ, ਕਰੀਏ ਜੀ। ਹਾਂਜੀ ਕਰਿਆ ਜਾਵੇ ਜੀ। ਤੁਸੀਂ ਦੇਖ ਰਹੇ ਹੋ ਕਿੰਨੀ ਤੇਜ਼ ਰੌਸ਼ਨੀ ਇਹਦੇ ਚੋਂ ਤਾਂ ਬੜੀ ਮਾਰਵਲਸ, ਬਹੁਤ ਤੇਜ਼ ਰੋਸ਼ਨੀ ਨਿਕਲੀ ਹੈ ਜੀ ਇਸ ਚੋਂ ਔਰ ਇਹ ਜਲ ਗਿਆ ਇੱਕਦਮ। ਇਹ ਮੈਗਨੀਸ਼ੀਅਮ ਰਿਬਲ ਜਲ ਕੇ ਇੱਕ ਸਫੇਦ ਕਲਰ ਦਾ ਪਾਊਡਰ ਦੇ ਫਾਰਮ 'ਚ ਬਣ ਗਿਆ ਜਿਹਨੂੰ ਅਸੀਂ ਮੈਗਨੀਸ਼ੀਅਮ ਆਕਸਾਈਡ ਕਹਿੰਦੇ ਆ। ਕੀ ਇੱਕ ਟੁਕੜਾ ਹੋਰ ਜਲਾ ਕੇ ਦੇਖਿਆ ਜਾਵੇ? ਹਾਂ ਮੇਰੇ ਖਿਆਲ ਜਲਾ ਲੈਣਾ ਚਾਹੀਦਾ ਜੀ, ਬੱਚਿਆਂ ਨੂੰ ਹੋਰ ਜ਼ਿਆਦਾ ਕਲੈਰਿਟੀ ਹੋ ਜਾਏਗੀ। ਅਸੀਂ ਇਸ ਕਿਰਿਆ ਵਿੱਚ ਇਹੀ ਚੀਜ਼ ਐਡ ਕਰਨਾ ਚਾਹੁੰਦੇ ਸੀਗੇ ਕਿ ਜਿਹੜਾ ਮੈਗਨੀਸ਼ੀਅਮ ਆਕਸਾਈਡ ਬਣਿਆ ਹੈ ਇਹ ਅਲਕਲਾਈਨ ਨੇਚਰ ਦਾ ਹੈ। ਅਲਕਲਾਈਨ ਨੇਚਰ ਔਰ ਐਸਿਡਿਕ ਨੇਚਰ ਦੋ ਤਰ੍ਹਾਂ ਦੇ ਸਾਡੇ ਕੋਲ ਪਦਾਰਥ ਹੁੰਦੇ ਹਨ ਜਿਨ੍ਹਾਂ ਨੂੰ ਪਰਖ ਕਰਨ ਵਾਸਤੇ ਸਾਡੇ ਕੋਲ ਇੱਕ ਪੇਪਰ ਅਵੇਲੇਬਲ ਹੁੰਦਾ ਜਿਸ ਨੂੰ ਅਸੀਂ ਲਿਟਮਸ ਪੇਪਰ ਕਹਿੰਦੇ ਹਾਂ। ਮੇਸ਼ ਜੀ ਮੈਨੂੰ ਇੱਕ ਧਿਆਨ ਆ ਰਿਹਾ ਹੈ ਕਿ 7ਵੀਂ ਜਮਾਤ 'ਚ ਤੇਜ਼ਾਬ ਤੇ ਖਾਰਾਂ ਵਾਲੇ ਚੈਪਟਰ ਵਿੱਚ ਲਿਟਮਸ ਪੇਪਰ ਦਾ ਜ਼ਿਕਰ ਕੀਤਾ ਗਿਆ। ਬਿਲਕੁਲ ਜੀ, ਕਿਉਂਕਿ ਲਿਟਮਸ ਕਿੱਥੋਂ ਬਣਦਾ ਹੈ? ਲਿਟਮਸ, ਹਾਂਜੀ ਗੁਰਮੀਤ ਜੀ, ਲਿਟਮਸ ਦੇ ਬਾਰੇ 'ਚ ਉੱਥੇ ਲਿਖਿਆ ਗਿਆ ਹੈ। ਲਿਟਮਸ ਕਿੱਥੋਂ ਆਉਂਦਾ ਹੈ? ਲਿਟਮਸ ਲਾਈਕਨਸ ਤੋਂ ਬਣਾਇਆ ਜਾਂਦਾ ਹੈ। ਲਾਈਕਨਸ ਤੋਂ ਲਿਟਮਸ ਬਣਾਇਆ ਜਾਂਦਾ ਹੈ। ਲਿਟਮਸ ਦਾ ਇਸਤੇਮਾਲ ਕਰਦੇ ਹੋਏ ਇਹ ਪੇਪਰ ਬਣਾਏ ਗਏ ਹੈ। ਇਹਨਾਂ ਦੇ ਉੱਪਰ ਇੱਕ ਲਿਟਮਸ ਦੀ ਪਰਤ ਚੜਾਈ ਗਈ ਹੈ। ਲਿਟਮਸ ਲਾਲ ਔਰ ਨੀਲੇ ਦੋ ਰੰਗ ਦਾ ਹੁੰਦਾ ਹੈ। ਪਰ ਸਵਾਲ ਤੁਹਾਡੇ ਦਿਮਾਗ 'ਚ ਆਏਗਾ ਵੀ ਦੋ ਰੰਗਾਂ ਦਾ ਲਿਟਮਸ ਇੱਕੋ ਹੀ ਲਾਈਕਨ ਤੋਂ ਕਿੱਦਾਂ ਬਣ ਸਕਦਾ? ਨਹੀਂ, ਐਸਾ ਨਹੀਂ ਹੁੰਦਾ। ਲਿਟਮਸ ਤਾਂ ਇੱਕੋ ਹੀ ਤਰ੍ਹਾਂ ਦਾ ਹੁੰਦਾ ਹੈ, ਪਰ ਜੇ ਉਸ ਨੂੰ ਤੇਜ਼ਾਬ 'ਚ ਰੱਖ ਦੋ ਤਾਂ ਉਸ ਦਾ ਰੰਗ ਹੋਰ ਹੋਏਗਾ, ਅਗਰ ਉਸ ਨੂੰ ਖਾਰ 'ਚ ਰੱਖ ਦੋ ਤਾਂ ਉਸ ਦਾ ਰੰਗ ਹੋਰ ਹੋਏਗਾ। ਤੇ ਆਹ ਦੇਖੋ ਬੇਟਾ, ਇੱਕ ਤੁਸੀਂ ਦੇਖ ਰਹੇ ਹੋ ਲਾਲ ਰੰਗ ਦਾ ਲਿਟਮਸ ਪੇਪਰ, ਆ ਲਾਲ ਰੰਗ ਦਾ ਲਿਟਮਸ ਪੇਪਰ ਤੁਸੀਂ ਦੇਖ ਰਹੇ ਹੋ। ਇਸੇ ਤਰ੍ਹਾਂ ਦਾ ਤੁਸੀਂ ਮੇਰੇ ਕੋਲ ਨੀਲੇ ਰੰਗ ਦਾ ਲਿਟਮਸ ਪੇਪਰ ਵੀ ਹੈ। ਦੋ ਅਲੱਗ-ਅਲੱਗ ਤਰ੍ਹਾਂ ਦੇ ਲਿਟਮਸ ਪੇਪਰ। ਪਿਆਰੇ ਵਿਦਿਆਰਥੀਓ, ਆ ਮੈਂ ਹਾਈਡਰੋਕਲੋਰਿਕ ਐਸਿਡ ਦੀਆਂ ਕੁਝ ਬੂੰਦਾਂ ਪਾਣੀ ਵਿੱਚ ਪਾ ਰਿਹਾ ਹਾਂ। ਕਿਉਂ ਪਾ ਰਿਹਾ? ਤਾਂ ਜੋ ਪਾਣੀ ਕੀ ਹੋ ਜੇ, ਤੇਜ਼ਾਬੀ ਹੋ ਜੇ। ਆਹ ਕੀ ਚੀਜ਼ ਹੈ ਮੇਰੇ ਕੋਲ? ਮੈਂ ਪਹਿਲਾਂ ਹੀ ਦੱਸ ਚੁੱਕਿਆ, ਡ੍ਰੌਪਰ। ਤੁਸੀਂ ਦੇਖਿਆ ਨਾ, ਡ੍ਰੌਪ ਕਰਕੇ ਮੈਂ ਇਸ 'ਚ ਤੇਜ਼ਾਬ ਦੀਆਂ ਬੂੰਦਾਂ ਪਾਈਆਂ। ਤੇ ਹੁਣ ਮੈਂ ਦੇਖਦਾ ਕਿਹੜੇ ਲਿਟਮਸ ਨਾਲ ਕੀ ਹੁੰਦਾ ਹੈ ਇਸ ਤੇਜ਼ਾਬ ਦਾ। ਉਹ ਇਹ ਤਾਂ ਨੀਲੇ ਲਿਟਮਸ ਨੂੰ ਇਸਨੇ ਕਿਹੜਾ ਰੰਗ ਬਣਾਤਾ? ਲਾਲ ਰੰਗ ਦਾ। ਤੇ ਮੈਂ ਜੇ ਲਾਲ ਲਿਟਮਸ ਇਸ 'ਚ ਪਾਵਾਂ, ਲਓ ਜੀ, ਕੁਝ ਵੀ ਨਹੀਂ ਹੋਇਆ। ਇਸ ਤੋਂ ਕੀ ਪਤਾ ਲੱਗਦਾ ਹੈ ਕਿ ਤੇਜ਼ਾਬ ਨੀਲੇ ਲਿਟਮਸ ਨੂੰ ਕੀ ਕਰ ਦਿੰਦੇ ਹਨ? ਲਾਲ। ਪਰ ਲਾਲ ਲਿਟਮਸ ਦੇ ਉੱਪਰ ਕੋਈ ਅਸਰ ਨਹੀਂ ਹੁੰਦਾ। ਇਸ ਦੇ ਉਲਟ ਜਿਹੜੀ ਖਾਰ ਹੈ ਜਾਂ ਬੇਸ ਹੈ, ਉਹ ਲਾਲ ਲਿਟਮਸ ਨੂੰ ਉਮੇਸ਼ ਜੀ ਕਿੱਦਾਂ ਦਾ ਕਰ ਦੇਗੀ? ਲਾਲ ਲਿਟਮਸ ਨੂੰ ਨੀਲਾ ਕਰ ਦਿੰਦੀ ਹੈ। ਹਾਂ, ਔਰ ਨੀਲੇ ਲਿਟਮਸ ਤੇ ਕੋਈ ਉਸ ਦਾ ਅਸਰ ਨਹੀਂ ਹੋਏਗਾ। ਹੁਣ ਸਾਡੇ ਕੋਲ ਆਹ ਮੈਗਨੀਸ਼ੀਅਮ ਆਕਸਾਈਡ ਜੋ ਪਿਆ ਹੈ, ਇਸ ਦਾ ਆਪਾਂ ਦੇਖਦੇ ਹਾਂ ਕਿ ਕੀ ਕਰਦਾ ਹੈ ਲਿਟਮਸ ਨੂੰ। ਹਾਂ, ਇਹਨਾਂ ਨੇ ਕੁਝ ਪਾਣੀ ਦੀਆਂ ਬੂੰਦਾਂ ਪਾਈਆਂ ਮੈਗਨੀਸ਼ੀਅਮ ਆਕਸਾਈਡ ਦੇ ਘੋਲ 'ਚ। ਇਸ ਨੂੰ ਕਿਸੇ ਸਪੈਚੂਲਾ ਨਾਲ ਹਿਲਾ ਦਿੱਤਾ ਜਾਵੇ ਜਾਂ ਚਿਮਟੀ ਨਾਲ ਤੁਸੀਂ ਹਿਲਾ ਲਿਆ ਤਾਂ ਕਿ ਉਹ ਘੁਲ ਜਾਵੇ। ਹੁਣ ਉਮੇਸ਼ ਜੀ ਦੇਖੋ ਇਸ ਤੇ ਲਿਟਮਸ ਨਾਲ ਕੀ ਹੁੰਦਾ ਹੈ। ਅਸੀਂ ਦੋਵੇਂ ਲਿਟਮਸ ਪੇਪਰ ਇਹਦੇ ਤੇ ਇਸਤੇਮਾਲ ਕਰਕੇ ਦੇਖਾਂਗੇ, ਲਾਲ ਲਿਟਮਸ ਪੇਪਰ ਵੀ ਔਰ ਨੀਲਾ ਲਿਟਮਸ ਪੇਪਰ ਵੀ। ਸਭ ਤੋਂ ਪਹਿਲਾਂ ਮੈਂ ਇਹਦੇ ਤੇ ਲਾਲ ਲਿਟਮਸ ਪੇਪਰ ਲਗਾ ਕੇ ਦੇਖਦਾ। ਵਿਦਿਆਰਥੀਓ ਦੇਖਿਆ ਤੁਸੀਂ, ਲਾਲ ਲਿਟਮਸ ਪੇਪਰ ਲਗਾਇਆ ਜਾ ਰਿਹਾ ਹੈ ਇਸ ਦੇ ਵਿੱਚ ਮੈਗਨੀਸ਼ੀਅਮ ਆਕਸਾਈਡ 'ਚ। ਉਮੇਸ਼ ਜੀ ਇਸ 'ਚ ਤਾਂ
ਕੋਈ ਰੰਗ ਪਰਿਵਰਤਨ ਨਜ਼ਰ ਨਹੀਂ ਆ ਰਿਹਾ ਮੈਨੂੰ। ਆਏਗਾ ਜੀ। ਅੱਛਾ, ਹਾਂ, ਕੁਛ ਨੀਲਾ ਹੁੰਦਾ ਜਾ ਰਿਹਾ ਹੈ, ਬਹੁਤ ਗਹਿਨ। ਧਿਆਨ ਨਾਲ ਦੇਖੋ ਬੱਚਿਓ, ਆ ਦੇਖੋ ਇਹਦਾ ਰੰਗ ਦੇ ਵਿੱਚ ਪਰਿਵਰਤਨ ਆਉਂਦਾ ਜਾ ਰਿਹਾ ਹੈ, ਤੁਹਾਨੂੰ ਕੈਮਰੇ 'ਚ ਨਜ਼ਰ ਆ ਰਿਹਾ ਹੈ। ਉਹ ਇਹ ਤਾਂ ਨੀਲਾ ਹੋ ਗਿਆ। ਇਸ ਤੋਂ ਕੀ ਸਿੱਧ ਹੋਇਆ? ਕਿਉਂਕਿ ਇਸਨੇ ਲਾਲ ਲਿਟਮਸ ਪੇਪਰ ਨੂੰ ਨੀਲਾ ਕਰ ਦਿੱਤਾ ਹੈ, ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਇਹ ਖਾਰੀ ਸੁਭਾਅ ਦਾ ਹੈ। ਤੇ ਅਸੀਂ ਪਹਿਲਾਂ ਵੀ ਜਾਣਦੇ ਹਾਂ ਕਿ ਜਿਹੜੀਆਂ ਧਾਤਾਂ ਨੇ, ਧਾਤਾਂ ਦੇ ਆਕਸਾਈਡ ਜਿਹੜੇ ਨੇ ਉਹ ਖਾਰੀ ਸੁਭਾਅ ਦੇ ਹੁੰਦੇ ਹਨ। ਹਾਂ, ਤਾਂ ਹੀ ਇਸ ਨੂੰ ਅਲਕਲਾਈਨ ਅਰਥ ਮੈਟਲ ਕਿਹਾ ਜਾਂਦਾ ਹੈ। ਤੇ ਜੇ ਅਸੀਂ ਇਸ ਵਿੱਚ ਨੀਲਾ ਲਿਟਮਸ ਪੇਪਰ ਲਗਾਉਂਦੇ ਆ ਤਾਂ ਉਸ ਦੇ ਵਿੱਚ ਦੇਖਿਆ ਕਿ ਉਹ ਤਾਂ ਨੀਲਾ ਹੀ ਰਹਿ ਗਿਆ, ਉਸ ਵਿੱਚ ਕੋਈ ਫਰਕ ਨਹੀਂ ਪਿਆ। ਤਾਂ ਕਿਰਿਆ ਨੰਬਰ 10.2, ਤਾਂ ਉਸ ਕਿਰਿਆ ਦੇ ਵਿੱਚ ਸਾਨੂੰ ਜੋ ਸਮਾਨ ਚਾਹੀਦਾ ਹੈ, ਸਭ ਤੋਂ ਪਹਿਲਾਂ ਸਾਨੂੰ ਇੱਕ ਕੈਮੀਕਲ ਚਾਹੀਦਾ ਲੈਡ ਨਾਈਟ੍ਰੇਟ, ਦੂਸਰਾ ਚਾਹੀਦਾ ਹੈ ਪੋਟਾਸ਼ੀਅਮ ਆਇਓਡਾਈਡ। ਇਹ ਸਾਨੂੰ ਪਾਊਡਰ ਦੀ ਫਾਰਮ ਵਿੱਚ ਮਿਲਣਗੇ, ਪਰ ਸਾਨੂੰ ਇਹਨਾਂ ਦੇ ਘੋਲ ਬਣਾਉਣ ਦੀ ਜ਼ਰੂਰਤ ਹੈ। ਹੁਣ ਘੋਲ ਕੀ ਹੁੰਦੇ ਹਨ? ਘੋਲ, ਜਦੋਂ ਇਸ ਨੂੰ ਤੁਸੀਂ ਪਾਣੀ ਦੇ ਵਿੱਚ ਘੋਲ ਦੋਗੇ ਤਾਂ ਇੱਕ ਇਸ ਦਾ ਜਲੀ ਘੋਲ ਬਣ ਜਾਏਗਾ। ਉਸ ਨੂੰ ਬਣਾਉਣ ਵਾਸਤੇ ਸਾਨੂੰ ਚਾਹੀਦਾ ਹੈ ਪਾਣੀ, 2 ਬੀਕਰ, ਅਤੇ ਇਸ ਦੀ ਪਰਖ ਕਰਨ ਵਾਸਤੇ ਸਾਨੂੰ ਚਾਹੀਦੀ ਹੈ ਇੱਕ ਪਰਖਣਲੀ, ਡ੍ਰੌਪਰ, ਪਰਖਣਲੀ ਹੋਲਡਰ, ਤੇ ਘੋਲ ਤਿਆਰ ਕਰਨ ਲਈ ਸਾਨੂੰ ਚਾਹੀਦਾ ਹੈ ਸਟੀਰਰ, ਛੜ ਚਾਹੀਦੀ ਹੈ ਜਿਹਦੇ ਨਾਲ ਅਸੀਂ ਘੋਲ ਤਿਆਰ ਕਰਾਂਗੇ। ਹਾਂਜੀ ਗੁਰਮੀਤ ਜੀ, ਹੁਣ ਆਪਾਂ ਇਹਨਾਂ ਦੇ ਘੋਲ ਤਿਆਰ ਕਰੀਏ ਔਰ ਬੱਚਿਆਂ ਨੂੰ ਦਿਖਾਈਏ ਕਿ ਘੋਲ ਕਿਵੇਂ ਤਿਆਰ ਹੁੰਦੇ ਹਨ। ਸਪੈਚੂਲਾ ਦੀ ਮਦਦ ਨਾਲ ਅਸੀਂ ਇਹਦੇ ਚੋਂ ਪੋਟਾਸ਼ੀਅਮ ਆਇਓਡਾਈਡ ਇੱਕ ਬੀਕਰ ਦੇ ਵਿੱਚ ਪਾਵਾਂਗੇ। ਹੁਣ ਇਹਦੇ 'ਚ ਪਾਣੀ ਪਾ ਕੇ ਸਟੀਰਰ ਦੀ ਮਦਦ ਨਾਲ ਇਹਦਾ ਅਸੀਂ ਘੋਲ ਤਿਆਰ ਕਰਾਂਗੇ। ਤੁਸੀਂ ਦੇਖ ਰਹੇ ਹੋ ਕਿ ਉਹ ਜਿਹੜਾ ਪਾਊਡਰ ਹੈ ਉਹ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਘੁਲ ਗਿਆ, ਤੇ ਇਹ ਸਾਡੇ ਕੋਲ ਪੋਟਾਸ਼ੀਅਮ ਆਇਓਡਾਈਡ ਦਾ ਜਲੀ ਘੋਲ ਤਿਆਰ ਹੋ ਗਿਆ। ਹੁਣ ਇਸੇ ਤਰ੍ਹਾਂ ਅਸੀਂ ਲੈਡ ਨਾਈਟ੍ਰੇਟ ਦਾ ਜਲੀ ਘੋਲ ਤਿਆਰ ਕਰਨਾ ਹੈ। ਅਸੀਂ ਲਗਭਗ ਉਨੀ ਹੀ ਮਾਤਰਾ ਵਿੱਚ ਪਾਣੀ ਲਵਾਂਗੇ। ਅਸੀਂ ਇਹਦੇ ਵਿੱਚੋਂ ਲੈਡ ਨਾਈਟ੍ਰੇਟ ਦਾ ਪਾਊਡਰ ਲਿਆ, ਉਸ ਨੂੰ ਇਸ ਪਾਣੀ ਦੇ ਵਿੱਚ ਘੋਲ ਦਿੱਤਾ। ਹੁਣ ਛੜ ਦੀ ਮਦਦ ਨਾਲ ਅਸੀਂ ਇਹਦਾ ਘੋਲ ਤਿਆਰ ਕਰਾਂਗੇ। ਤਾਂ ਇੱਕ ਬੀਕਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਆ ਸਫੇਦ ਰੰਗ ਦਾ ਘੋਲ ਤਿਆਰ ਹੋਇਆ ਹੈ, ਕੋਲਾਈਡਲ ਘੋਲ ਹੈ। ਇਹ ਤੁਹਾਡੇ ਕੋਲ ਲੈਡ ਨਾਈਟ੍ਰੇਟ ਦਾ ਘੋਲ ਤਿਆਰ ਹੋ ਗਿਆ। ਦੂਸਰੇ ਵਿੱਚ ਪਾਰਦਰਸ਼ੀ ਘੋਲ ਜਿਹੜਾ ਹੈ ਪੋਟਾਸ਼ੀਅਮ ਆਇਓਡਾਈਡ ਦਾ ਘੋਲ ਤਿਆਰ ਹੈ। ਹੁਣ ਅਸੀਂ ਕਿਰਿਆ ਦੇ ਵਿੱਚ ਇਹਦੇ 'ਚ ਅਸੀਂ ਥੋੜਾ ਜਿਹਾ ਲੈਡ ਨਾਈਟ੍ਰੇਟ ਦਾ ਘੋਲ ਪਾਉਣ ਲੱਗੇ ਹਾਂ। ਇਸ ਲੈਡ ਨਾਈਟ੍ਰੇਟ ਘੋਲ ਦੇ ਵਿੱਚ ਹੁਣ ਡ੍ਰੌਪਰ ਦੀ ਮਦਦ ਨਾਲ ਪੋਟਾਸ਼ੀਅਮ ਆਇਓਡਾਈਡ ਦਾ ਘੋਲ ਮਿਲਾਇਆ ਜਾਏਗਾ। ਧਿਆਨ ਨਾਲ ਦੇਖਣਾ ਬੱਚਿਓ ਕੀ ਹੋਏਗਾ। ਤੁਸੀਂ ਇਹਦੇ ਵਿੱਚ ਕੋਈ ਰੰਗ ਪਰਿਵਰਤਨ ਹੁੰਦਾ ਦੇਖਿਆ? ਦੱਸੋ ਬੇਟਾ, ਕਿਹੜਾ ਰੰਗ ਆ ਗਿਆ? ਇਸ ਵਿੱਚ ਪੀਲੇ ਰੰਗ ਦੀ ਇੱਕ ਧਾਰੀ ਨਜ਼ਰ ਆਣੀ ਸ਼ੁਰੂ ਹੋ ਗਈ। ਉਹ ਦੇਖੋ ਤੁਸੀਂ, ਇਸ ਨੂੰ ਕੁਝ ਦੇਰ ਜੇ ਪਿਆ ਰਹਿਣ ਦੇਈਏ ਤਾਂ ਮੈਂ ਦੇਖ ਰਿਹਾ ਕਿ ਇਹਦੇ ਨੀਚੇ ਪੀਲੇ ਰੰਗ ਦੇ ਅਵਖੇਪ, ਪ੍ਰੈਸਿਪਿਟੇਟਸ, ਜਿਨ੍ਹਾਂ ਨੂੰ ਇੰਗਲਿਸ਼ ਅਸੀਂ ਪ੍ਰੈਸਿਪਿਟੇਟਸ ਬੋਲਦੇ ਹਾਂ, ਉਹ ਨੀਚੇ ਬੈਠਣੇ ਸ਼ੁਰੂ ਹੋ ਗਏ ਨੇ। ਤਾਂ ਇਹ ਇੱਕ ਤਰ੍ਹਾਂ ਦੀ ਅਵਖੇਪਨ ਕਿਰਿਆ ਹੈ। ਇਸ ਦੇ ਵਿੱਚ ਰੰਗ ਪਰਿਵਰਤਨ ਹੋ ਗਿਆ। ਤਾਂ ਰਸਾਇਣਿਕ ਕਿਰਿਆਵਾਂ ਦੇ ਪਿਛਲੀ ਅਸੀਂ ਕਿਰਿਆ ਦੇ ਵਿੱਚ ਦੇਖਿਆ ਸੀਗਾ ਕਿ ਮੈਗਨੀਸ਼ੀਅਮ ਇੱਕ ਧਾਤ ਆਕਸੀਜਨ ਨਾਲ ਕਿਰਿਆ ਕਰਨ ਕੇ ਮੈਗਨੀਸ਼ੀਅਮ ਆਕਸਾਈਡ ਇੱਕ ਰਾਖ ਦੇ ਵਿੱਚ ਬਦਲ ਗਈ ਸੀ। ਇਸੇ ਤਰ੍ਹਾਂ ਹੀ ਦੂਸਰੀ ਕਿਰਿਆ ਦੇ ਵਿੱਚ ਅਸੀਂ ਦੇਖਿਆ ਕਿ ਲੈਡ ਨਾਈਟ੍ਰੇਟ ਦੇ ਵਿੱਚ ਜਦੋਂ ਅਸੀਂ ਪੋਟਾਸ਼ੀਅਮ ਆਇਓਡਾਈਡ ਘੋਲ ਐਡ ਕੀਤਾ ਤਾਂ ਉਹਦੇ ਵਿੱਚ ਰੰਗ ਪਰਿਵਰਤਨ ਆਇਆ ਔਰ ਉਹਦੇ ਕੁਝ ਅਵਖੇਪ ਨੀਚੇ ਬੈਠ ਗਏ। ਸਰ, ਇਹ ਅਵਖੇਪ ਤੋਂ ਕੀ ਭਾਵ ਹੁੰਦਾ ਸਾਡਾ ਜੀ? ਅਵਖੇਪ ਇਹ ਸਸਪੈਂਸ਼ਨ ਪਾਰਟੀਕਲਸ ਹੁੰਦੇ ਨੇ, ਇਹ ਭਾਰੇ ਪਾਰਟੀਕਲਸ ਨੀਚੇ ਬੈਠ ਜਾਂਦੇ ਹਨ। ਇਸ ਕਿਉਂ ਹੁੰਦਾ ਹੈ ਬੇਟਾ? ਅਵਖੇਪ ਕਿਵੇਂ ਬਣਦੇ ਹਨ, ਇਸ ਬਾਰੇ ਸੋਚਣ ਦੀ ਲੋੜ ਹੈ। ਜਦੋਂ ਅਸੀਂ ਦੋ ਘੁਲਣਸ਼ੀਲ ਘੋਲਾਂ ਨੂੰ ਆਪਸ ਵਿੱਚ ਮਿਲਾਉਂਦੇ ਹਾਂ ਤਾਂ ਉਹਨਾਂ ਵਿੱਚੋਂ ਇੱਕ ਪਦਾਰਥ ਇਸ ਤਰ੍ਹਾਂ ਦਾ ਬਣ ਜਾਂਦਾ ਹੈ
ਕਿ ਜਿਹੜਾ ਕਿ ਅਘੁਲਣਸ਼ੀਲ ਹੁੰਦਾ ਹੈ ਤੇ ਉਹ ਅਵਖੇਪ ਬਣ ਕੇ ਨੀਚੇ ਬੈਠ ਜਾਂਦੇ ਨੇ। ਇਹ ਅਵਖੇਪ ਇਸ ਘੋਲ ਵਿੱਚ ਅਘੁਲਣਸ਼ੀਲ ਹਨ। ਹੁਣ ਇਸ ਸਰ ਵੀ ਆਪਣਾ ਰੇਤ ਅਸੀਂ ਪਾਉਣੇ ਆ ਪਾਣੀ 'ਚ, ਉਹ ਬੈਠ ਜਾਂਦੀ ਹੈ ਸ਼ਾਇਦ ਬਿਲਕੁਲ, ਤੁਸੀਂ ਪਰ ਉਹ ਕਹਿ ਰਹੇ ਹੋ ਵੀ ਅਵਖੇਪ ਜਿਹੜੇ ਹੈ ਅਵਖੇਪ ਨੀਚੇ ਬੈਠ ਜਾਂਦੇ ਹਨ, ਪਰ ਉੱਥੇ ਕੋਈ ਰਸਾਇਣਿਕ ਕਿਰਿਆ ਨਹੀਂ ਹੋ ਰਹੀ। ਇਹਦੇ ਵਿੱਚ ਰਸਾਇਣਿਕ ਕਿਰਿਆ ਹੈ, ਤੁਸੀਂ ਰੰਗ ਪਰਿਵਰਤਨ ਹੋਇਆ ਦੇਖਿਆ, ਠੀਕ ਹੈ। ਇਹਦੇ ਵਿੱਚ ਲੈਡ ਨਾਈਟ੍ਰੇਟ ਤੇ ਪੋਟਾਸ਼ੀਅਮ ਆਇਓਡਾਈਡ ਕਿਰਿਆ ਕਰਕੇ ਲੈਡ ਆਇਓਡਾਈਡ ਦੇ ਅਵਖੇਪ ਬਣੇ, ਜਿਨ੍ਹਾਂ ਦਾ ਰੰਗ ਪੀਲੇ ਰੰਗ ਦਾ ਹੁੰਦਾ ਹੈ। ਇਹ ਜਿਹੜੇ ਅਵਖੇਪ ਨੀਚੇ ਬੈਠੇ ਹਨ ਇਹ ਲੈਡ ਆਇਓਡਾਈਡ ਦੇ ਹਨ। ਤੇ ਉੱਪਰ ਜਿਹੜਾ ਘੋਲ ਤੁਹਾਨੂੰ ਨਜ਼ਰ ਆ ਰਿਹਾ ਹੈ, ਜਿਹੜਾ ਕਿ ਤੁਸੀਂ ਦੇਖ ਰਹੇ ਹੋ ਕਿ ਹਜੇ ਵੀ ਤਰਲ ਪਦਾਰਥ ਉੱਪਰ ਪਾਣੀ ਦੀ ਤਰ੍ਹਾਂ ਹੈ, ਉਹ ਕੀ ਚੀਜ਼ ਹੈ ਜੀ? ਪੋਟਾਸ਼ੀਅਮ ਨਾਈਟ੍ਰੇਟ। ਇਹਦੇ ਵਿੱਚ ਲੈਡ ਨਾਈਟ੍ਰੇਟ ਤੇ ਪੋਟਾਸ਼ੀਅਮ ਆਇਓਡਾਈਡ ਕਿਰਿਆ ਕਰਕੇ ਲੈਡ ਆਇਓਡਾਈਡ ਅਤੇ ਪੋਟਾਸ਼ੀਅਮ ਨਾਈਟ੍ਰੇਟ ਵਿੱਚ ਬਦਲ ਗਏ। ਲੈਡ ਆਇਓਡਾਈਡ ਅਘੁਲਣਸ਼ੀਲ ਹੈ, ਉਹ ਅਵਖੇਪ ਬਣ ਕੇ ਨੀਚੇ ਬੈਠ ਗਿਆ ਅਤੇ ਪੋਟਾਸ਼ੀਅਮ ਨਾਈਟ੍ਰੇਟ ਘੋਲ ਦੇ ਵਿੱਚ ਮੌਜੂਦ ਹੈ।